मेरा नाम मुकेश है। मेरी उम्र 35 साल है। ਮੇਰੇ 3 ਬੱਚੇ ਹਨ ਤੇ ਤਿੰਨੋਂ ਹੀ ਸ਼ਹਿਰ ਦੇ ਚੰਗੇ ਸਕੂਲ ਵਿੱਚ ਪੜ੍ਹਦੇ ਹਨ। ਮੈਨੂੰ ਆਪਣੇ ਤਿੰਨੇ ਬੱਚਿਆਂ ਨਾਲ ਬਹੁਤ ਪਿਆਰ ਹੈ ਤੇ ਉਹਨਾਂ ਦੇ ਚੰਗੇ ਭਵਿੱਖ ਦੇ ਲਈ ਮੈਂ ਬਹੁਤ ਮਿਹਨਤ ਕਰਦਾ ਹਾਂ। ਮੇਰੀ ਆਪਣੀ ਕੱਪੜੇ ਦੀ ਦੁਕਾਨ ਹੈ ਜੋ ਅੱਜਕੱਲ ਕੁਝ ਘੱਟ ਚੱਲਦੀ ਹੈ। ਮੇਰਾ ਵਿਆਹ ਮੇਰੀ ਇੱਕ ਦੋਸਤ ਨਾਲ ਹੋਇਆ ਸੀ। ਉਹ ਹੈ ਤਾਂ ਬਹੁਤ ਸੁੰਦਰ ਪਰ ਜ਼ੁਬਾਨ ਦੀ ਬਹੁਤ ਤਿੱਖੀ ਹੈ। ਜੋ ਦਿਲ ਵਿੱਚ ਆਉਂਦਾ ਹੈ ਉਹ ਮੂੰਹ ਤੇ ਬੋਲ ਦਿੰਦੀ ਹੈ, ਫਿਰ ਚਾਹੇ ਸਾਹਮਣੇ ਵਾਲੇ ਨੂੰ ਚੰਗਾ ਲੱਗੇ ਜਾਂ ਨਾ ਲੱਗੇ। ਮੈਂ ਅਕਸਰ ਉਸ ਨੂੰ ਸਮਝਾਉਂਦਾ ਹਾਂ ਕਿ ਇਦਾਂ ਨਹੀਂ ਕਰਨਾ ਚਾਹੀਦਾ, ਪਰ ਉਸ ਨੂੰ ਮੇਰੀ ਗੱਲ ਸਮਝ ਹੀ ਨਹੀਂ ਆਉਂਦੀ। ਉਹ ਕਹਿੰਦੀ ਹੈ ਕਿ ਮੈਂ ਡਰਪੋਕ ਨਹੀਂ ਹਾਂ, ਬਹਾਦਰ ਹਾਂ। ਦੂਜਿਆਂ ਦੇ ਮੂੰਹ ਤੇ ਹੀ ਉਹਨਾਂ ਦੀ ਬੁਰਾਈ ਉਹਨਾਂ ਨੂੰ ਦੱਸ ਦਿੰਦੀ ਹਾਂ, ਪਰ ਮੈਨੂੰ ਉਸ ਦੀ ਇਹ ਆਦਤ ਪਸੰਦ ਨਹੀਂ ਆਉਂਦੀ ਸੀ। ਪਰ ਅਕਸਰ ਮੈਂ ਉਸ ਦੀ ਇਹਨਾਂ ਗੱਲਾਂ ਨੂੰ ਨਜ਼ਰਅੰਦਾਜ਼ ਕਰ ਜਾਂਦਾ ਸੀ। ਉਸ ਦੀ ਇਹਨਾਂ ਕਰਤੂਤਾਂ ਦੀ ਵਜ੍ਹਾ ਨਾਲ ਅੱਜਕੱਲ੍ਹ ਮੈਂ ਉਸ ਤੋਂ ਕੁਝ ਖਿਜਿਆ ਜਿਹਾ ਰਹਿਣ ਲੱਗਿਆ ਸੀ। ਘੱਟ ਤੋਂ ਘੱਟ ਇਨਸਾਨ ਨੂੰ ਬੋਲਣ ਤੋਂ ਪਹਿਲਾਂ ਗੱਲ ਦਾ ਖਿਆਲ ਤਾਂ ਰੱਖਣਾ ਚਾਹੀਦਾ ਹੈ ਕਿ ਸਾਹਮਣੇ ਵਾਲੇ ਨੂੰ ਉਸ ਦੀ ਗੱਲ ਬੁਰੀ ਵੀ ਲੱਗ ਸਕਦੀ ਹੈ। ਮੈਂ ਅੱਜਕੱਲ੍ਹ ਆਪਣੀ ਦੁਕਾਨਦਾਰੀ ਘੱਟ ਹੋਣ ਦੀ ਵਜ੍ਹਾ ਨਾਲ ਬਹੁਤ ਪਰੇਸ਼ਾਨ ਰਹਿਣ ਲੱਗਿਆ ਸੀ। ਹਾਲਾਂਕਿ ਮੈਂ ਰੱਬ ਵਿੱਚ ਵਿਸ਼ਵਾਸ ਕਰਨ ਵਾਲਾ ਬੰਦਾ ਸੀ। ਦੁਕਾਨ ਖੋਲ੍ਹਣ ਤੋਂ ਪਹਿਲਾਂ ਮੈਂ ਰੱਬ ਅੱਗੇ ਅਰਦਾਸ ਕਰਿਆ ਕਰਦਾ ਸੀ ਕਿ ਰੱਬਾ ਮੇਰਾ ਬਿਜ਼ਨਸ ਬਹੁਤ ਚੱਲੇ, ਪਰ ਮੈਨੂੰ ਲੱਗਣ ਲੱਗਿਆ ਸੀ ਜਿਵੇਂ ਰੱਬ ਮੇਰੇ ਤੋਂ ਨਾਰਾਜ਼ ਹੋ ਗਿਆ ਹੈ। ਦਿਨ ਇਸੇ ਤਰ੍ਹਾਂ ਲੰਘ ਰਹੇ ਸੀ। ਇੱਕ ਦਿਨ ਮੈਂ ਦੁਕਾਨ ਤੇ ਬੈਠਾ ਹੋਇਆ ਸੀ, ਕੋਈ ਵੀ ਗਾਹਕ ਨਹੀਂ ਆਇਆ ਸੀ। ਦੁਪਹਿਰ ਹੋ ਚੁੱਕੀ ਸੀ ਪਰ ਇੱਕ ਵੀ ਗਾਹਕ ਦੀ ਸ਼ਕਲ ਨਹੀਂ ਦੇਖੀ ਸੀ। ਗਰਮੀ ਦੇ ਦਿਨ ਸੀ ਤੇ ਗਰਮੀ ਦੇ ਮਾਰੇ ਬੁਰਾ ਹਾਲ ਸੀ। ਲਾਈਟ ਵੀ ਚਲੀ ਗਈ ਸੀ ਤੇ ਮੈਂ ਹੱਥ ਨਾਲ ਪੱਖਾ ਚੱਲ ਰਿਹਾ ਸੀ। ਮੇਰੀ ਨਜ਼ਰ ਸਾਹਮਣੇ ਵਾਲੇ ਕੱਪੜੇ ਦੀ ਦੁਕਾਨ ਤੇ ਜੰਮੀ ਹੋਈ ਸੀ, ਜਿੱਥੇ ਇੱਕ ਤੋਂ ਬਾਅਦ ਇੱਕ ਗਾਹਕ ਆ ਰਹੇ ਸੀ ਤੇ ਢੇਰ ਸਾਰੀ ਖਰੀਦਦਾਰੀ ਕਰਕੇ ਜਾ ਰਹੇ ਸੀ। ਇਦਾਂ ਨਹੀਂ ਸੀ ਕਿ ਮੇਰੀ ਦੁਕਾਨ ਛੋਟੀ ਸੀ ਜਾਂ ਕੱਪੜਾ ਚੰਗਾ ਨਹੀਂ ਸੀ। ਮੇਰੇ ਕੋਲ ਹਰ ਤਰ੍ਹਾਂ ਦਾ ਕੱਪੜਾ ਮੌਜੂਦ ਸੀ, ਪਰ ਫਿਰ ਵੀ ਲੋਕ ਮੇਰੇ ਕੋਲ ਘੱਟ ਹੀ ਆਉਂਦੇ ਸੀ। ਮੈਂ ਹੁਣੇ ਉਸ ਦੁਕਾਨ ਤੇ ਨਜ਼ਰ ਜਮਾਏ ਬੈਠਾ ਹੋਇਆ ਸੀ, ਉਦੋਂ ਅਚਾਨਕ ਇੱਕ ਪਾਸੇ ਤੋਂ ਇੱਕ ਭਿਖਾਰਨ ਆ ਕੇ ਮੇਰੀ ਦੁਕਾਨ ਦੇ ਸਾਹਮਣੇ ਖੜੀ ਹੋ ਗਈ ਤੇ ਹੱਥ ਫੈਲਾ ਕੇ ਮੇਰੇ ਤੋਂ ਕੁਝ ਮੰਗਣ ਲੱਗੀ। ਪਰ ਮੇਰਾ ਧਿਆਨ ਤਾਂ ਸਾਹਮਣੇ ਵਾਲੀ ਦੁਕਾਨ ਦੇ ਵੱਲ ਹੀ ਸੀ। ਮੇਰੇ ਦਿਲ ਨੇ ਇੱਕਦਮ ਨਾਲ ਰੱਬ ਨੂੰ ਸ਼ਿਕਾਇਤ ਕੀਤੀ ਸੀ ਕਿ ਮੇਰੀ ਦੁਕਾਨ ਤੇ ਆਖਰ ਕੋਈ ਕਿਉਂ ਨਹੀਂ ਆਉਂਦਾ। ਉਦੋਂ ਉਸ ਭਿਖਾਰ ਨੇ ਉੱਚੀ ਆਵਾਜ਼ ਵਿੱਚ ਕਿਹਾ, ਬਾਬੂ ਜੀ ਮੈਨੂੰ ਕੁਝ ਕੱਪੜਾ ਦੇ ਦਿਓ। ਉਸ ਦੀ ਤਿੱਖੀ ਤੇ ਤੇਜ਼ ਆਵਾਜ਼ ਸੁਣ ਕੇ ਮੈਂ ਚੌਂਕ ਕੇ ਉਸ ਨੂੰ ਦੇਖਣ ਲੱਗਿਆ ਤੇ ਦੇਖਦਾ ਹੀ ਰਹਿ ਗਿਆ। ਉਹ ਉੱਚੀ ਲੰਬੀ ਇੱਕ ਜਵਾਨ ਤੇ ਸੁੰਦਰ ਔਰਤ ਸੀ। ਇੱਕ ਫਟਿਆ ਹੋਇਆ ਪੁਰਾਣਾ ਜਿਹਾ ਸੂਟ ਪਹਿਨ ਰੱਖਿਆ ਸੀ ਜੋ ਬਹੁਤ ਗੰਦਾ ਹੋ ਚੁੱਕਿਆ ਸੀ। ਪੈਰ ਵਿੱਚ ਪੁਰਾਣੀ ਜਿਹੀ ਚੱਪਲ ਸੀ, ਜਦੋਂ ਕਿ ਉਸ ਦੇ ਗੋਰੇ ਰੰਗ ਤੇ ਨੱਕ ਵਿੱਚ ਇੱਕ ਕੋਕਾ ਵੀ ਚਮਕ ਰਿਹਾ ਸੀ ਜੋ ਉਸ ਦੇ ਗੋਰੇ ਚਿਹਰੇ ਤੇ ਬਹੁਤ ਸੁੰਦਰ ਲੱਗ ਰਿਹਾ ਸੀ। ਚਿਹਰੇ ਤੇ ਜਗ੍ਹਾ ਜਗ੍ਹਾ ਮਿੱਟੀ ਵੀ ਲੱਗੀ ਹੋਈ ਸੀ, ਫਿਰ ਵੀ ਉਹ ਚੰਗੀ ਲੱਗ ਰਹੀ ਸੀ। ਮੈਂ ਉਸ ਨੂੰ ਦੇਖਿਆ ਤਾਂ ਬਸ ਦੇਖਦਾ ਹੀ ਚਲਾ ਗਿਆ। ਉਸ ਦੇ ਚਿਹਰੇ ਤੇ ਇੰਨੀ ਮਾਸੂਮੀਅਤ ਸੀ ਕਿ ਉਸ ਨੂੰ ਦੇਖ ਕੇ ਦਿਲ ਹੀ ਨਹੀਂ ਭਰ ਰਿਹਾ ਸੀ। ਉਸਨੇ ਮੈਨੂੰ ਖੋਇਆ ਹੋਇਆ ਦੇਖ ਫਿਰ ਤੋਂ ਕਿਹਾ, ਬਾਬੂ ਜੀ ਕੁਝ ਕੱਪੜਾ ਦੇ ਦਿਓ, ਮੈਂ ਭਿਖਾਰਨ ਹਾਂ। ਉਸ ਦੀ ਬੇਨਤੀ ਸੁਣ ਕੇ ਮੈਂ ਹੋਸ਼ ਵਿੱਚ ਆ ਗਿਆ। ਉਸ ਵੱਲ ਧਿਆਨ ਦਿੱਤਾ। ਉਹ ਹਸਰਤ ਭਰੀਆਂ ਨਿਗਾਹਾਂ ਨਾਲ ਮੇਰੀ ਦੁਕਾਨ ਵਿੱਚ ਲੱਗੇ ਕੱਪੜਿਆਂ ਨੂੰ ਦੇਖ ਰਹੀ ਸੀ। ਮੈਂ ਕਿਹਾ, ਦੇ ਦਊਂਗਾ, ਪਹਿਲਾਂ ਇਹ ਦੱਸ ਕੌਣ ਹੈ ਤੂੰ? ਉਸਨੇ ਕੱਪੜਿਆਂ ਤੋਂ ਨਜ਼ਰ ਹਟਾ ਕੇ ਮੈਨੂੰ ਦੇਖਿਆ ਤੇ ਕਿਹਾ, ਮੇਰਾ ਨਾਂ ਗੋਪੀ ਹੈ, ਮੈਂ ਇੱਕ ਭਿਖਾਰਨ ਹਾਂ। ਮੈਨੂੰ ਉਸ ਦਾ ਨਾਂ ਬਹੁਤ ਪਿਆਰਾ ਲੱਗਿਆ ਸੀ। ਮੈਂ ਫਿਰ ਤੋਂ ਪੁੱਛਿਆ ਕਿ ਕਿੱਥੋਂ ਆਈ ਹੈ। ਉਸਨੇ ਦੱਸਿਆ ਕਿ ਇੱਥੋਂ ਕੁਝ ਦੂਰ ਇੱਕ ਵੀਰਾਨ ਜਗ੍ਹਾ ਤੇ ਮੇਰਾ ਬਸੇਰਾ ਹੈ, ਉੱਥੇ ਇੱਕ ਝੌਂਪੜੀ ਵਿੱਚ ਰਹਿੰਦੀ ਹਾਂ। ਮੈਂ ਸੁਣ ਕੇ ਸਿਰ ਹਿਲਾ ਦਿੱਤਾ ਤੇ ਇੱਕ ਸੁੰਦਰ ਜਿਹਾ ਸੂਟ ਉਸ ਨੂੰ ਕੱਢ ਕੇ ਦੇ ਦਿੱਤਾ ਕਿ ਆ ਲੈ ਕੱਪੜੇ। ਉਹ ਬਹੁਤ ਖੁਸ਼ ਹੋਈ ਤੇ ਆਪਣੀ ਥੈਲੀ ਵਿੱਚ ਪਾ ਲਈ। ਧੰਨਵਾਦ ਬਾਬੂ ਜੀ। ਉਸਨੇ ਮੇਰੇ ਦੁਆਰਾ ਦਿੱਤੀ ਗਈ ਚੁੰਨੀ ਨੂੰ ਆਪਣੇ ਸਿਰ ਤੇ ਪਾ ਲਿਆ ਸੀ। ਕਹਿਣ ਲੱਗੀ, ਮੈਂ ਚੰਗੀ ਲੱਗ ਰਹੀ ਹਾਂ ਨਾ? ਉਹ ਸੱਚ ਵਿੱਚ ਹੀ ਉਸ ਚੁੰਨੀ ਵਿੱਚ ਬਹੁਤ ਪਿਆਰੀ ਲੱਗ ਰਹੀ ਸੀ। ਮੈਂ ਕਿਹਾ, ਚੰਗੀ ਲੱਗ ਰਹੀ ਹੈ। ਉਸਨੇ ਇੱਕ ਵਾਰ ਫਿਰ ਤੋਂ ਮੇਰਾ ਧੰਨਵਾਦ ਕੀਤਾ। ਉਸਨੇ ਉਹ ਕੱਪੜੇ ਥੈਲੀ ਵਿੱਚ ਪਾ ਲਏ ਤੇ ਮੂੰਹ ਹੀ ਮੂੰਹ ਵਿੱਚ ਕੁਝ ਗੁਣਗੁਣਾਉਂਦੀ ਹੋਈ ਦੁਕਾਨ ਤੋਂ ਨਿਕਲ ਕੇ ਆਪਣੇ ਰਸਤੇ ਤੇ ਚੱਲ ਪਈ। ਮੈਂ ਹੁਣ ਤੱਕ ਉਸ ਦੀ ਗੁਣਗੁਣਾਹਟ ਤੇ ਉਸ ਦੇ ਚਿਹਰੇ ਤੇ ਆਈ ਖੁਸ਼ੀ ਵਿੱਚ ਖੋਇਆ ਹੋਇਆ ਸੀ। ਹੁਣੇ ਉਸ ਨੂੰ ਗਏ 5 ਮਿੰਟ ਹੀ ਹੋਏ ਸੀ ਕਿ ਇੱਕ ਔਰਤ ਕੱਪੜਾ ਲੈਣ ਆ ਗਈ ਤੇ ਮੈਂ ਉਸ ਭਿਖਾਰਨ ਦਾ ਖਿਆਲ ਆਪਣੇ ਦਿਮਾਗ ਤੋਂ ਕੱਢ ਦਿੱਤਾ ਤੇ ਉਸ ਔਰਤ ਨੂੰ ਕੱਪੜਾ ਦਿਖਾਉਣ ਲੱਗਿਆ। ਮੈਂ ਉਸ ਔਰਤ ਤੋਂ ਵਿਹਲਾ ਹੋਇਆ ਸੀ ਕਿ 2-3 ਹੋਰ ਔਰਤਾਂ ਆ ਗਈਆਂ ਤੇ ਕੱਪੜਾ ਦੇਖਣ ਲੱਗੀਆਂ ਤੇ ਫਿਰ ਇਹ ਸਿਲਸਿਲਾ ਚੱਲ ਨਿਕਲਿਆ ਕਿ ਹੁਣ ਪਹਿਲਾਂ ਵਾਲਾ ਗਾਹਕ ਜਾਂਦਾ ਨਹੀਂ ਸੀ ਕਿ ਦੂਜਾ ਵੀ ਆ ਜਾਂਦਾ ਸੀ ਤੇ ਹੋਰ ਫਿਰ ਸਾਰਾ ਦਿਨ ਇਹੀ ਹਾਲ ਰਿਹਾ। ਮੇਰੀ ਦੁਕਾਨ ਤੇ ਗਾਹਕ ਵੱਧਦੇ ਜਾ ਰਹੇ ਸੀ
ਇੱਕ ਇੱਕ ਗਾਹਕ ਘੱਟ ਤੋਂ ਘੱਟ 5-6 ਸੂਟ ਖਰੀਦਦਾ। ਹੁਣ ਮੇਰੇ ਕੋਲ ਇੰਨਾ ਸਮਾਂ ਵੀ ਨਹੀਂ ਬਚਿਆ ਸੀ ਕਿ ਮੈਂ ਬੈਠ ਕੇ ਦੇਖਦਾ ਕਿ ਸਾਹਮਣੇ ਵਾਲੀ ਦੁਕਾਨ ਤੇ ਕਿੰਨੇ ਗਾਹਕ ਆਏ ਤੇ ਕਿੰਨੇ ਗਏ ਹਨ। ਸਾਰਾ ਦਿਨ ਮੇਰੇ ਕੋਲ ਗਾਹਕਾਂ ਦੀ ਲਾਈਨ ਲੱਗੀ ਰਹਿੰਦੀ ਸੀ। ਸ਼ਾਮ ਤੱਕ ਮੇਰੇ ਸਾਰੇ ਕੱਪੜੇ ਵਿਕ ਚੁੱਕੇ ਸੀ ਤੇ ਅੱਜ ਪਹਿਲੀ ਵਾਰ ਇੰਨੇ ਗਾਹਕਾਂ ਨੂੰ ਨਿਪਟਾ ਕੇ ਤੇ ਲਗਭਗ ਖਾਲੀ ਦੁਕਾਨ ਨੂੰ ਦੇਖ ਕੇ ਹੈਰਾਨ ਰਹਿ ਗਿਆ ਕਿ ਅੱਜ ਇਹ ਸਭ ਕਿਵੇਂ ਹੋ ਗਿਆ ਕਿ ਇੱਕ ਹੀ ਦਿਨ ਵਿੱਚ ਇੰਨੇ ਗਾਹਕ ਆਏ ਤੇ ਸਾਰੀ ਦੁਕਾਨ ਖਾਲੀ ਹੋ ਗਈ। ਮੈਂ ਸਾਰੇ ਪੈਸਿਆਂ ਨੂੰ ਇਕੱਠਾ ਕੀਤਾ ਤੇ ਉਹਨਾਂ ਪੈਸਿਆਂ ਦੇ ਬਹੁਤ ਸਾਰੇ ਕੱਪੜੇ ਖਰੀਦ ਕੇ ਆਪਣੀ ਦੁਕਾਨ ਫਿਰ ਤੋਂ ਭਰ ਲਈ। ਬਾਕੀ ਬਚੇ ਹੋਏ ਪੈਸਿਆਂ ਨੂੰ ਘਰ ਲੈ ਕੇ ਆਇਆ ਤੇ ਆਪਣੀ ਪਤਨੀ ਨੂੰ ਜਾ ਕੇ ਸਭ ਦੱਸਿਆ, ਜਿਸ ਤੇ ਉਹ ਵੀ ਖੁਸ਼ ਹੋਈ ਤੇ ਰੱਬ ਦਾ ਧੰਨਵਾਦ ਕੀਤਾ। ਅਗਲੇ ਦਿਨ ਰੋਜ਼ ਦੇ ਮੁਤਾਬਕ ਮੈਂ ਫਿਰ ਤੋਂ ਦੁਕਾਨ ਤੇ ਪਹੁੰਚਿਆ ਤੇ ਗਾਹਕਾਂ ਦਾ ਇੰਤਜ਼ਾਰ ਕਰਨ ਲੱਗਿਆ। ਪਰ ਉਸ ਦਿਨ ਫਿਰ ਤੋਂ ਉਹ ਭਿਖਾਰਨ ਸਭ ਤੋਂ ਪਹਿਲਾਂ ਮੇਰੀ ਦੁਕਾਨ ਤੇ ਆ ਖੜੀ ਹੋਈ। ਪਰ ਮੈਂ ਇਹ ਦੇਖ ਕੇ ਹੈਰਾਨ ਹੋ ਗਿਆ ਕਿ ਉਸਨੇ ਕੱਲ ਵਾਲਾ ਹੀ ਉਹੀ ਗੰਦਾ ਜਿਹਾ ਸੂਟ ਪਹਿਨ ਰੱਖਿਆ ਸੀ। ਹਾਲਾਂਕਿ ਮੈਂ ਕੱਲ ਉਸ ਨੂੰ ਇੱਕ ਨਵਾਂ ਸੂਟ ਦਿੱਤਾ ਸੀ, ਫਿਰ ਵੀ ਉਹ ਉਹੀ ਗੰਦਾ ਪੁਰਾਣਾ ਸੂਟ ਪਹਿਨ ਕੇ ਆ ਗਈ ਸੀ। ਪਰ ਉਹ ਮੈਨੂੰ ਚੰਗੀ ਲੱਗਣ ਲੱਗੀ ਤੇ ਉਸ ਨੂੰ ਦੇਖਦੇ ਹੀ ਮੇਰਾ ਦਿਲ ਹਲਕਾ ਜਿਹਾ ਮਹਿਸੂਸ ਹੁੰਦਾ ਸੀ। ਉਸਨੇ ਕੱਲ ਦੀ ਤਰ੍ਹਾਂ ਅੱਜ ਫਿਰ ਕਿਹਾ, ਬਾਬੂ ਜੀ ਮੈਨੂੰ ਕੱਪੜੇ ਦੇ ਦਿਓ ਨਾ। ਉਹ ਇੰਨੇ ਨਰਮ ਤੇ ਪਿਆਰ ਦੇ ਸ਼ਬਦਾਂ ਵਿੱਚ ਮੇਰੇ ਤੋਂ ਕੱਪੜਾ ਮੰਗਦੀ ਸੀ ਕਿ ਮੈਂ ਮਨਾ ਹੀ ਨਹੀਂ ਕਰ ਪਾਉਂਦਾ ਸੀ। ਉੱਪਰ ਤੋਂ ਉਸਦਾ ਸੋਹਣਾ ਚਿਹਰਾ ਮੈਨੂੰ ਇਨਕਾਰ ਕਰਨ ਹੀ ਨਹੀਂ ਦਿੰਦਾ ਸੀ। ਮੈਂ ਅੱਜ ਵੀ ਬਿਨਾਂ ਕੁਝ ਕਹੇ ਉਸ ਨੂੰ ਕੱਪੜਾ ਦੇ ਦਿੱਤਾ। ਅੱਜ ਉਸਨੇ ਫਿਰ ਮੇਰੇ ਦੁਆਰਾ ਦਿੱਤੀ ਗਈ ਚੁੰਨੀ ਨੂੰ ਆਪਣੇ ਸਿਰ ਤੇ ਪਾ ਲਿਆ ਸੀ। ਨੀਲੇ ਰੰਗ ਦੇ ਕੱਪੜੇ ਸੀ ਤੇ ਚੁੰਨੀ ਵੀ ਨੀਲੇ ਰੰਗ ਦੀ ਹੀ ਸੀ। ਇਹ ਉਸਦੇ ਗੋਰੇ ਰੰਗ ਤੇ ਬਹੁਤ ਹੀ ਸੋਹਣੀ ਲੱਗ ਰਹੀ ਸੀ। ਉਸਨੇ ਫਿਰ ਪੁੱਛਿਆ, ਬਾਬੂ ਸਾਹਿਬ ਸੋਹਣੀ ਲੱਗ ਰਹੀ ਹਾਂ ਨਾ? ਮੈਂ ਕਿਹਾ ਹਾਂ, ਬਹੁਤ ਸੋਹਣੀ ਲੱਗ ਰਹੀ ਹੈ। ਮੇਰੀ ਗੱਲ ਸੁਣਦੇ ਹੀ ਉਹ ਝੱਟ ਨਾਲ ਕੱਪੜੇ ਉਠਾਉਂਦੀ ਹੋਈ ਦੁਕਾਨ ਤੋਂ ਬਾਹਰ ਨਿਕਲ ਗਈ ਤੇ ਮੈਂ ਦੇਰ ਤੱਕ ਉਸ ਨੂੰ ਜਾਂਦਾ ਦੇਖਦਾ ਰਿਹਾ। ਉਸ ਤੇ ਜਾਣ ਤੋਂ ਬਾਅਦ ਅੱਜ ਫਿਰ ਤੋਂ ਮੇਰੀ ਦੁਕਾਨ ਤੇ ਗਾਹਕਾਂ ਦੀ ਭੀੜ ਲੱਗ ਗਈ ਸੀ। ਮੈਂ ਦਿਨ ਭਰ ਉਹਨਾਂ ਵਿੱਚ ਵਿਅਸਤ ਰਿਹਾ। ਇੱਕ ਦੇ ਬਾਅਦ ਇੱਕ ਗਾਹਕ ਆਉਂਦਾ ਹੀ ਗਿਆ। ਮੈਂ ਥੱਕ ਗਿਆ ਸੀ। ਉਦੋਂ ਦੁਪਹਿਰ ਦੇ ਖਾਣੇ ਦਾ ਸਮਾਂ ਹੋ ਗਿਆ, ਪਰ ਭੀੜ ਸੀ ਕਿ ਘੱਟ ਹੋਣ ਦਾ ਨਾਂ ਨਹੀਂ ਲੈ ਰਹੀ ਸੀ। ਮੈਂ ਸੋਚਿਆ ਕਿ ਇਕੱਲੇ ਤਾਂ ਮੈਂ ਸੰਭਾਲ ਨਹੀਂ ਪਾਉਂਗਾ, ਤਾਂ ਕੋਈ ਮੁੰਡਾ ਕੰਮ ਤੇ ਰੱਖ ਲੈਂਦਾ ਹਾਂ। ਉਸ ਦਿਨ ਵੀ ਮੇਰੀ ਸੋਚ ਤੋਂ ਕਿਤੇ ਜ਼ਿਆਦਾ ਆਮਦਨੀ ਹੋ ਗਈ ਸੀ। ਮੈਂ ਬਹੁਤ ਖੁਸ਼ ਸੀ। ਉਸੇ ਸ਼ਾਮ ਮੈਂ ਇੱਕ ਮੁੰਡੇ ਨੂੰ ਆਪਣੀ ਦੁਕਾਨ ਤੇ ਕੰਮ ਕਰਨ ਲਈ ਰੱਖ ਲਿਆ। ਮੈਂ ਉਸ ਨੂੰ ਬੋਲਿਆ ਕਿ ਮੈਂ ਮਹੀਨੇ ਦੀ ਤੈਨੂੰ ਤਨਖਾਹ ਵੀ ਦੇਵਾਂਗਾ। ਉਹ ਰਾਜ਼ੀ ਹੋ ਗਿਆ। ਇਸ ਤਰ੍ਹਾਂ ਉਹ ਮੁੰਡਾ ਮੇਰੀ ਦੁਕਾਨ ਤੇ ਕੰਮ ਕਰਨ ਲੱਗਿਆ। ਜ਼ਿੰਦਗੀ ਰੋਜ਼ ਦੇ ਮੁਤਾਬਿਕ ਗੁਜ਼ਰਦੀ ਰਹੀ ਤੇ ਮੇਰੀ ਦੁਕਾਨ ਦਿਨੋਂ ਦਿਨ ਤਰੱਕੀ ਕਰਦੀ ਗਈ। ਪਰ ਇਸ ਵਿੱਚ ਉਹ ਭਿਖਾਰਨ ਵੀ ਰੋਜ਼ ਆਉਂਦੀ ਤੇ ਮੇਰੇ ਤੋਂ ਫਰੀ ਵਿੱਚ ਕੱਪੜਾ ਲੈ ਕੇ ਚਲੀ ਜਾਂਦੀ। ਪਰ ਮੈਂ ਕਦੇ ਉਸ ਨੂੰ ਨਵੇਂ ਸੂਟ ਪਹਿਨੇ ਹੋਏ ਨਹੀਂ ਦੇਖਿਆ ਸੀ। ਜੋ ਮੈਂ ਉਸ ਨੂੰ ਦਿੰਦਾ ਸੀ ਉਹਨਾਂ ਵਿੱਚੋਂ ਉਸਨੇ ਇੱਕ ਵੀ ਸੂਟ ਨਹੀਂ ਪਹਿਨਿਆ ਸੀ, ਬਲਕਿ ਹਮੇਸ਼ਾ ਉਹੀ ਆਪਣਾ ਗੰਦਾ ਪੁਰਾਣਾ ਸੂਟ ਪਹਿਨ ਕੇ ਹੀ ਆਉਂਦੀ ਸੀ। ਇੱਕ ਦਿਨ ਮੈਂ ਉਸ ਨੂੰ ਪੁੱਛਿਆ ਵੀ ਕਿ ਤੂੰ ਉਹ ਕੱਪੜੇ ਕਿਉਂ ਨਹੀਂ ਪਹਿਨਦੀ ਜੋ ਮੈਂ ਤੈਨੂੰ ਦਿੰਦਾ ਹਾਂ। ਉਹ ਹੱਸ ਕੇ ਟਾਲ ਗਈ ਤੇ ਫਿਰ ਮੇਰੇ ਤੋਂ ਨਵੇਂ ਕੱਪੜੇ ਲੈ ਕੇ ਚਲੀ ਗਈ। ਮੈਂ ਵੀ ਉਸ ਦੀ ਖੂਬਸੂਰਤੀ ਤੋਂ ਇੰਨਾ ਖੁਸ਼ ਸੀ ਕਿ ਉਸ ਨੂੰ ਇਨਕਾਰ ਹੀ ਨਹੀਂ ਕਰ ਪਾਉਂਦਾ ਸੀ। ਇਸ ਗੱਲ ਦਾ ਮੈਂ ਆਪਣੇ ਘਰ ਵਿੱਚ ਕੋਈ ਜ਼ਿਕਰ ਨਹੀਂ ਕੀਤਾ ਸੀ ਤੇ ਨਾ ਹੀ ਆਪਣੀ ਪਤਨੀ ਨੂੰ ਉਸ ਭਿਖਾਰਨ ਦੀ ਗੱਲ ਦੱਸੀ ਸੀ। ਮੈਨੂੰ ਪਤਾ ਸੀ ਕਿ ਇਹ ਗੱਲ ਸੁਣਦੇ ਹੀ ਮੇਰੀ ਪਤਨੀ ਮੈਨੂੰ ਭਾਸ਼ਣ ਦੇਣ ਲੱਗ ਜਾਵੇਗੀ ਕਿ ਉਸ ਨੂੰ ਫਰੀ ਵਿੱਚ ਕੱਪੜਾ ਕਿਉਂ ਦਿੰਦੇ ਹੋ, ਤੇ ਫਿਰ ਮੈਨੂੰ ਕਹਿੰਦੀ ਕਿ ਅੱਗੇ ਤੋਂ ਕੋਈ ਕੱਪੜਾ ਨਾ ਦੇਣਾ। ਉਹ ਭਿਖਾਰਨ ਰੋਜ਼ ਪੁਰਾਣੇ ਕੱਪੜਿਆਂ ਵਿੱਚ ਆਉਂਦੀ ਤੇ ਮੇਰੇ ਤੋਂ ਨਵਾਂ ਸੂਟ ਲੈ ਕੇ ਚਲੀ ਜਾਂਦੀ। ਪਰ ਉਸਦੇ ਜਾਂਦੇ ਹੀ ਮੇਰੀ ਦੁਕਾਨ ਤੇ ਗਾਹਕਾਂ ਦੀ ਇੰਨੀ ਭੀੜ ਲੱਗ ਜਾਂਦੀ ਕਿ ਸਿਰ ਖੁਰਕਣ ਦੀ ਵੀ ਫੁਰਸਤ ਨਹੀਂ ਮਿਲਦੀ ਸੀ। ਮੇਰੀ ਦੁਕਾਨ ਨੇ ਇਸ ਸਮੇਂ ਬਹੁਤ ਹੀ ਤੇਜ਼ੀ ਨਾਲ ਤਰੱਕੀ ਕੀਤੀ ਸੀ। ਹੁਣ ਮੇਰੇ ਘਰ ਵਿੱਚ ਪੈਸਿਆਂ ਦੀ ਰੇਲ ਫੇਲ ਹੋਣ ਲੱਗੀ ਸੀ। ਮੈਨੂੰ ਬਹੁਤ ਹੈਰਾਨੀ ਹੁੰਦੀ ਕਿ ਉਸ ਭਿਖਾਰ ਦੇ ਆਉਣ ਤੋਂ ਬਾਅਦ ਹੀ ਮੇਰੀ ਦੁਕਾਨ ਤੇ ਗਾਹਕਾਂ ਦੀ ਭੀੜ ਕਿਉਂ ਲੱਗ ਜਾਂਦੀ ਸੀ। ਪਹਿਲਾਂ ਤਾਂ ਕਦੇ ਇਦਾਂ ਨਹੀਂ ਹੋਇਆ ਸੀ ਕਿ ਮੇਰੀ ਦੁਕਾਨ ਤੇ ਇੰਨੇ ਗਾਹਕ ਆਉਂਦੇ ਆਉਣ, ਬਲਕਿ ਮੈਂ ਤਾਂ ਹਰ ਸਮੇਂ ਖਾਲੀ ਬੈਠਿਆ ਰਹਿੰਦਾ ਸੀ ਤੇ ਸਾਹਮਣੇ ਵਾਲੀ ਦੁਕਾਨ ਨੂੰ ਦੇਖਦਾ ਰਹਿੰਦਾ ਸੀ ਜਿੱਥੇ ਹਰ ਸਮੇਂ ਭੀੜ ਲੱਗੀ ਰਹਿੰਦੀ ਸੀ। ਮੈਂ ਇਸ ਲਾਲਚ ਵਿੱਚ ਉਸ ਭਿਖਾਰ ਨੂੰ ਰੋਜ਼ ਨਵੇਂ ਕੱਪੜੇ ਦੇ ਦਿੰਦਾ ਸੀ, ਪਰ ਹੁਣ ਮੈਨੂੰ ਉਸ ਤੇ ਸ਼ੱਕ ਹੋਣ ਲੱਗਿਆ ਸੀ। ਬਲਕਿ ਕੁਝ ਸੋਚ ਕੇ ਮੈਂ ਇਸ ਮਾਮਲੇ ਦੇ ਬਾਰੇ ਵਿੱਚ ਪਤਾ ਲਗਾਉਣ ਦੀ ਸੋਚੀ ਕਿ ਆਖਰ ਪਤਾ ਤਾਂ ਕਰਾਂ ਕਿ ਇਸ ਦੇ ਪਿੱਛੇ ਕਾਰਨ ਕੀ ਹੈ। ਤੇ ਫਿਰ ਇੱਕ ਦਿਨ ਜਦੋਂ ਉਹ ਮੇਰੀ ਦੁਕਾਨ ਤੇ ਆਈ ਤੇ ਕਿਹਾ, ਬਾਬੂ ਜੀ ਮੈਨੂੰ ਨਵੇਂ ਕੱਪੜੇ ਦੇ ਦਿਓ, ਮੈਂ ਉਸ ਨੂੰ ਇੱਕ ਨਵਾਂ ਸੂਟ ਕੱਢ ਕੇ ਉਸ ਵੱਲ ਵਧਾ ਦਿੱਤਾ। ਪਰ ਜਿਵੇਂ ਹੀ ਉਸਨੇ ਸੂਟ ਲੈਣ ਲਈ ਆਪਣਾ ਹੱਥ ਵਧਾਇਆ, ਮੈਂ ਉਸ ਦਾ ਹੱਥ ਫੜ ਲਿਆ ਤੇ ਮੈਂ ਉਸ ਨੂੰ ਕਿਹਾ ਕਿ ਪਹਿਲਾਂ ਮੈਨੂੰ ਇਹ ਦੱਸ ਕਿ ਤੂੰ ਕੌਣ ਹੈ ਤੇ ਇਹਨਾਂ ਕੱਪੜਿਆਂ ਦਾ ਕੀ ਕਰਦੀ ਹੈ, ਉਸ ਦੇ ਬਾਅਦ ਹੀ ਮੈਂ ਤੈਨੂੰ ਇਹ ਕੱਪੜੇ ਦਊਂਗਾ।
ਮੇਰੀ ਗੱਲ ਸੁਣ ਕੇ ਉਹ ਪਰੇਸ਼ਾਨ ਹੋ ਗਈ ਤੇ ਬੋਲੀ ਕਿ ਮੈਂ ਪਹਿਨਦੀ ਹਾਂ। ਮੈਂ ਥੋੜਾ ਗੁੱਸੇ ਹੋ ਕੇ ਕਿਹਾ ਕਿ ਮੈਂ ਤਾਂ ਤੈਨੂੰ ਕਦੇ ਨਵੇਂ ਕੱਪੜੇ ਪਹਿਨੇ ਨਹੀਂ ਦੇਖਿਆ, ਬਲਕਿ ਤੂੰ ਤਾਂ ਹਮੇਸ਼ਾ ਗੰਦੇ ਤੇ ਫਟੇ ਪੁਰਾਣੇ ਕੱਪੜਿਆਂ ਵਿੱਚ ਰਹਿੰਦੀ ਹੈ। ਉਹ ਕਹਿਣ ਲੱਗੀ, ਬਾਬੂ ਜੀ, ਮੈਂ ਆਪਣੇ ਵਿਆਹ ਲਈ ਉਹਨਾਂ ਕੱਪੜਿਆਂ ਨੂੰ ਇਕੱਠਾ ਕਰ ਰਹੀ ਹਾਂ। ਉਸ ਦੀ ਗੱਲ ਸੁਣ ਕੇ ਮੈਨੂੰ ਲੱਗਿਆ ਸ਼ਾਇਦ ਉਹ ਸੱਚ ਕਹਿ ਰਹੀ ਹੈ। ਉਦੋਂ ਖਾਮੋਸ਼ੀ ਨਾਲ ਕੱਪੜੇ ਉਸ ਵੱਲ ਵਧਾ ਦਿੱਤੇ। ਉਹ ਕੱਪੜੇ ਲੈ ਕੇ ਬਾਹਰ ਚਲੀ ਗਈ, ਪਰ ਮੈਂ ਵੀ ਉਸ ਦੀ ਸੱਚਾਈ ਜਾਣਨ ਬਾਰੇ ਠਾਣ ਲਿਆ ਸੀ। ਮੈਂ ਆਪਣੀ ਦੁਕਾਨ ਤੇ ਕੰਮ ਕਰਨ ਵਾਲੇ ਮੁੰਡੇ ਨੂੰ ਦੁਕਾਨ ਤੇ ਬਿਠਾਇਆ ਤੇ ਫਿਰ ਮੈਂ ਆਪਣੀ ਪੈਂਟ ਸ਼ਰਟ ਉਤਾਰ ਕੇ ਆਪਣੀ ਹੀ ਦੁਕਾਨ ਤੋਂ ਇੱਕ ਨਵਾਂ ਕੁੜਤਾ ਪਜਾਮਾ ਕੱਢ ਕੇ ਪਹਿਨਿਆ ਤੇ ਚਿਹਰੇ ਤੇ ਮਾਸਕ ਪਾ ਲਿਆ। ਮੇਰੇ ਨਾਲ ਕੰਮ ਕਰਨ ਵਾਲਾ ਮੁੰਡਾ ਮੈਨੂੰ ਇਸ ਤਰ੍ਹਾਂ ਹੁਲੀਆ ਬਦਲਦੇ ਦੇਖ ਕੇ ਹੈਰਾਨ ਹੋ ਗਿਆ ਤੇ ਪੁੱਛਣ ਲੱਗਿਆ ਕਿ ਮੈਂ ਇਹ ਸਭ ਕਿਉਂ ਕਰ ਰਿਹਾ ਹਾਂ। ਪਰ ਮੈਂ ਉਸ ਦੇ ਸਵਾਲ ਦਾ ਕੋਈ ਜਵਾਬ ਨਹੀਂ ਦਿੱਤਾ ਤੇ ਉਸ ਨੂੰ ਦੁਕਾਨ ਦਾ ਖਿਆਲ ਰੱਖਣ ਦਾ ਕਹਿ ਕੇ ਦੁਕਾਨ ਤੋਂ ਬਾਹਰ ਨਿਕਲ ਆਇਆ। ਮੈਂ ਖੱਬੇ ਪਾਸੇ ਦੇਖਿਆ ਤਾਂ ਉਹ ਮੈਨੂੰ ਦੂਰ ਜਾਂਦੀ ਨਜ਼ਰ ਆਈ ਸੀ। ਮੈਂ ਤੇਜ਼ੀ ਨਾਲ ਆਪਣੇ ਕਦਮ ਉਸ ਦੇ ਪਿੱਛੇ ਵਧਾਏ। ਮੈਂ ਇੱਕ ਜਗ੍ਹਾ ਤੇ ਜਾ ਕੇ ਰੁਕਿਆ ਤੇ ਉਹ ਵੀ ਇੱਕ ਜਗ੍ਹਾ ਤੇ ਜਾ ਕੇ ਰੁਕ ਗਈ ਸੀ ਤੇ ਜਗ੍ਹਾ ਜਗ੍ਹਾ ਤੇ ਉਹ ਲੋਕਾਂ ਤੋਂ ਪੈਸੇ ਮੰਗਦੀ ਸੀ। ਕਿਸੇ ਤੋਂ ਖਾਣ ਦੀ ਚੀਜ਼ ਮੰਗਦੀ ਤੇ ਕਿਸੇ ਤੋਂ ਜ਼ਰੂਰਤ ਦੀ ਕੁਝ ਹੋਰ ਚੀਜ਼, ਤੇ ਆਪਣਾ ਥੈਲਾ ਭਰਦੀ ਉਹ ਅੱਗੇ ਵੱਧ ਜਾਂਦੀ। ਮੈਂ ਲਗਾਤਾਰ ਲੁਕ ਕੇ ਉਸ ਦਾ ਪਿੱਛਾ ਕਰ ਰਿਹਾ ਸੀ ਤਾਂ ਕਿ ਸਭ ਕੁਝ ਪਤਾ ਕਰ ਸਕਾਂ। ਹੁਣ ਤੱਕ ਉਸ ਨੂੰ ਮੇਰੇ ਤੇ ਕੋਈ ਸ਼ੱਕ ਨਹੀਂ ਹੋਇਆ ਸੀ ਕਿਉਂਕਿ ਮੈਂ ਖੁਦ ਦਾ ਹੁਲੀਆ ਬਦਲ ਲਿਆ ਸੀ। ਮੈਂ ਹੁਣ ਕੁਝ ਹੀ ਦੂਰ ਸੀ ਜਦੋਂ ਉਸ ਨੂੰ ਇੱਕ ਬੱਚੇ ਕੋਲ ਜਾਂਦਾ ਦੇਖਿਆ। ਉਸਨੇ ਆਪਣਾ ਥੈਲਾ ਰੱਖ ਕੇ ਬੱਚੇ ਨਾਲ ਥੋੜੀ ਗੱਲ ਕੀਤੀ ਤੇ ਫਿਰ ਉਸ ਦੇ ਵਾਲ ਸਹਿਲਾਉਂਦੀ ਇੱਕ ਵਾਰ ਫਿਰ ਅੱਗੇ ਵੱਧ ਗਈ। ਉਹ ਪੈਦਲ ਹੀ ਜਾ ਰਹੀ ਸੀ ਤਾਂ ਮੈਨੂੰ ਵੀ ਪੈਦਲ ਹੀ ਉਸ ਦੇ ਪਿੱਛੇ ਜਾਣਾ ਪੈ ਰਿਹਾ ਸੀ। ਅੱਧਾ ਘੰਟਾ ਲਗਾਤਾਰ ਪੈਦਲ ਚੱਲਣ ਤੋਂ ਬਾਅਦ ਉਹ ਇੱਕ ਵੀਰਾਨ ਜਿਹੀ ਜਗ੍ਹਾ ਤੇ ਆ ਗਈ ਸੀ ਜਿੱਥੇ ਜ਼ਿਆਦਾ ਆਬਾਦੀ ਨਹੀਂ ਸੀ, ਬਲਕਿ ਆਬਾਦੀ ਨਾ ਹੋਣ ਦੇ ਬਰਾਬਰ ਸੀ। ਇੱਥੇ ਕੁਝ ਝੌਂਪੜੀਆਂ ਬਣੀਆਂ ਹੋਈਆਂ ਸੀ ਤੇ ਉਹ ਭਿਖਾਰਨ ਉਹਨਾਂ ਝੌਂਪੜੀਆਂ ਵੱਲ ਜਾ ਰਹੀ ਸੀ। ਜਿੰਨੀਆਂ ਵੀ ਝੌਂਪੜੀਆਂ ਬਣੀਆਂ ਹੋਈਆਂ ਸੀ ਇੱਕ ਦੂਜੇ ਤੋਂ ਕਾਫੀ ਫਾਸਲੇ ਤੇ ਬਣੀਆਂ ਹੋਈਆਂ ਸੀ ਤੇ ਹਰ ਝੌਂਪੜੀ ਦੇ ਅੱਗੇ ਪਰਦਾ ਲੱਗਿਆ ਹੋਇਆ ਸੀ, ਜਿਸ ਦੀ ਵਜ੍ਹਾ ਨਾਲ ਝੌਂਪੜੀ ਦੇ ਅੰਦਰ ਦੇਖ ਪਾਉਣਾ ਮੁਸ਼ਕਿਲ ਸੀ। ਮੈਂ ਉਸ ਦਾ ਪਿੱਛਾ ਕਰਦਾ ਰਿਹਾ ਤੇ ਉਦੋਂ ਤੱਕ ਉਹ ਇੱਕ ਝੌਂਪੜੀ ਦੇ ਕੋਲ ਪਹੁੰਚ ਗਈ ਸੀ ਤੇ ਉਸਨੇ ਪਰਦਾ ਹਟਾਇਆ। ਇਹ ਦੇਖ ਕੇ ਮੇਰੀ ਜਾਨ ਨਿਕਲ ਗਈ ਕਿ ਝੌਂਪੜੀ ਦੇ ਅੰਦਰ ਛੋਟੇ-ਛੋਟੇ ਬੱਚੇ ਬੈਠੇ ਹੋਏ ਸੀ ਜੋ ਰੋ ਰਹੇ ਸੀ। ਉਹਨਾਂ ਦੇ ਨਾਲ ਇੱਕ ਘੱਟ ਉਮਰ ਦੀ ਕੁੜੀ ਵੀ ਸੀ। ਉਹ ਉਹਨਾਂ ਬੱਚਿਆਂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਉਸ ਝੌਂਪੜੀ ਵਿੱਚ ਇੰਨੇ ਬੱਚਿਆਂ ਨੂੰ ਦੇਖ ਕੇ ਮੈਂ ਸ਼ੱਕ ਵਿੱਚ ਪੈ ਗਿਆ ਸੀ ਕਿ ਇੰਨੇ ਬੱਚੇ ਉਸਦੇ ਨਹੀਂ ਹੋ ਸਕਦੇ ਕਿਉਂਕਿ ਉਹ ਤਾਂ ਸ਼ਾਦੀशुदा ਵੀ ਨਹੀਂ ਲੱਗਦੀ ਸੀ। ਤਾਂ ਇਸ ਦਾ ਮਤਲਬ ਸੀ ਕਿ ਉਹ ਭਿਖਾਰਨ ਬੱਚਾ ਚੋਰ ਸੀ। ਯਕੀਨਨ ਉਸਨੇ ਸਾਰੇ ਬੱਚਿਆਂ ਨੂੰ ਚੁਰਾਇਆ ਹੋਵੇਗਾ ਤੇ ਹੁਣ ਉਹਨਾਂ ਨੂੰ ਆਪਣੇ ਕਬਜ਼ੇ ਵਿੱਚ ਕਰ ਰੱਖਿਆ ਹੋਵੇਗਾ। ਜਾਂ ਤਾਂ ਇਹ ਇਹਨਾਂ ਬੱਚਿਆਂ ਦੇ ਬਦਲੇ ਉਹਨਾਂ ਦੇ ਮਾਪੇ ਤੋਂ ਪੈਸੇ ਲਵੇਗੀ ਜਾਂ ਫਿਰ ਇਹਨਾਂ ਨੂੰ ਆਪਣੇ ਨਾਲ ਭੀਖ ਮੰਗਣ ਦੇ ਧੰਦੇ ਵਿੱਚ ਲਗਾ ਦੇਵੇਗੀ ਤੇ ਫਿਰ ਪੈਸੇ ਕਮਾਵੇਗੀ। ਜਾਂ ਫਿਰ ਇਹ ਵੀ ਹੋ ਸਕਦਾ ਹੈ ਕਿ ਇਹ ਬੱਚਿਆਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਵੇਚ ਦਿੰਦੀ ਹੋਵੇ। ਇਹ ਸਾਰੀ ਗੱਲ ਮੇਰੇ ਦਿਮਾਗ ਵਿੱਚ ਆਉਣ ਲੱਗੀ ਸੀ ਤੇ ਹੁਣ ਮੈਨੂੰ ਉਸ ਭਿਖਾਰ ਨਾਲ ਹਮਦਰਦੀ ਹੋਣ ਤੇ ਖੁਦ ਤੇ ਅਫਸੋਸ ਹੋ ਰਿਹਾ ਸੀ। ਮੈਂ ਖੁਦ ਨੂੰ ਕੋਸ ਰਿਹਾ ਸੀ ਕਿ ਉਸ ਦੀ ਮਾਸੂਮ ਤੇ ਸੁੰਦਰ ਜਿਹੀ ਸ਼ਕਲ ਦੇਖ ਕੇ ਮੈਂ ਪਿੰਗਲ ਗਿਆ ਤੇ ਉਸ ਨੂੰ ਇੰਨੇ ਸਮੇਂ ਤੋਂ ਫਰੀ ਵਿੱਚ ਕੱਪੜੇ ਦਿੰਦਾ ਰਿਹਾ। ਮੈਂ ਇੱਕ ਦਰਖਤ ਦੇ ਪਿੱਛੇ ਲੁਕ ਕੇ ਖੁਦ ਨੂੰ ਕੋਸ ਰਿਹਾ ਸੀ ਜਦੋਂ ਕਿ ਮੇਰੀ ਨਜ਼ਰ ਸਾਹਮਣੇ ਭਿਖਾਰਨ ਤੇ ਹੀ ਟਿੱਕੀ ਹੋਈ ਸੀ ਜੋ ਉਸ ਘੱਟ ਉਮਰ ਕੁੜੀ ਨਾਲ ਕੁਝ ਗੱਲ ਕਰ ਰਹੀ ਸੀ। ਉਹ ਕੁੜੀ ਸਿਰ ਹਿਲਾਉਂਦੀ ਉਸ ਨੂੰ ਕੁਝ ਦੱਸ ਰਹੀ ਸੀ। ਬੱਚੇ ਲਗਾਤਾਰ ਰੋ ਰਹੇ ਸੀ ਜਿਸ ਦੀ ਵਜ੍ਹਾ ਨਾਲ ਉਸ ਭਿਖਾਰਨ ਨੇ ਆਪਣੇ ਥੈਲੇ ਵਿੱਚੋਂ ਸਾਰਿਆਂ ਨੂੰ ਫਲ ਕੱਢ ਕੇ ਦੇ ਦਿੱਤੇ। ਸਾਰੇ ਬੱਚੇ ਲਗਭਗ 3 ਤੋਂ ਲੈ ਕੇ 10 ਸਾਲ ਤੱਕ ਦੇ ਸੀ। ਮੈਂ ਹੁਣੇ ਉਸ ਨੂੰ ਦੇਖ ਹੀ ਰਿਹਾ ਸੀ ਜਦੋਂ ਨਾਲ ਵਾਲੀ ਝੌਂਪੜੀ ਦਾ ਪਰਦਾ ਹਟਿਆ ਤੇ ਉਸ ਵਿੱਚੋਂ ਇੱਕ ਬੁੱਢੀ ਔਰਤ ਬਾਹਰ ਆਈ ਤੇ ਮੈਂ ਦੇਖਿਆ ਉੱਥੇ ਵੀ 8 ਤੋਂ 10 ਬੱਚੇ ਨਜ਼ਰ ਆਏ ਤੇ ਉਹ ਸਾਰੇ 10 ਜਾਂ ਤਕਰੀਬਨ 11 ਸਾਲ ਦੇ ਸੀ, ਜਿਨ੍ਹਾਂ ਵਿੱਚ ਕੁੜੀਆਂ ਤੇ ਮੁੰਡੇ ਦੋਵੇਂ ਸੀ। ਹੁਣ ਔਰਤ ਉਸ ਭਿਖਾਰਨ ਦੇ ਕੋਲ ਜਾ ਕੇ ਹੱਥ ਹਿਲਾ ਕੇ ਕੁਝ ਕਹਿ ਰਹੀ ਸੀ ਜਿਸ ਤੇ ਉਹ ਭਿਖਾਰਨ ਉਸ ਬੁੱਢੀ ਔਰਤ ਨੂੰ ਕੁਝ ਦੱਸ ਰਹੀ ਸੀ। ਹੁਣ ਮੈਨੂੰ ਘਬਰਾਹਟ ਹੋਣ ਲੱਗੀ ਸੀ ਤੇ ਘਬਰਾਹਟ ਦੀ ਵਜ੍ਹਾ ਨਾਲ ਮੇਰਾ ਸਰੀਰ ਪਸੀਨੇ-ਪਸੀਨੇ ਹੋਣ ਲੱਗਿਆ ਸੀ। ਮੈਨੂੰ ਲੱਗ ਰਿਹਾ ਸੀ ਇਹ ਤਾਂ ਉਸ ਦਾ ਪੂਰਾ ਗਿਰੋਹ ਹੈ ਤੇ ਇਹਨਾਂ ਦਾ ਇਹ ਬੱਚਿਆਂ ਵਾਲਾ ਬਿਜ਼ਨਸ ਦੂਰ-ਦੂਰ ਤੱਕ ਫੈਲਿਆ ਹੋਇਆ ਹੈ। ਇਹਨਾਂ ਸਾਰੇ ਬੱਚਿਆਂ ਨੂੰ ਇਸ ਨੇ ਕੈਦ ਕਰਕੇ ਰੱਖਿਆ ਹੋਇਆ ਹੈ। ਮੈਂ ਉੱਥੋਂ ਵਾਪਸ ਆਪਣੀ ਦੁਕਾਨ ਤੇ ਆ ਗਿਆ ਤੇ ਕੱਪੜੇ ਬਦਲ ਕੇ ਲੰਬੀ ਸਾਹ ਭਰ ਕੇ ਖੁਦ ਨੂੰ ਰਿਲੈਕਸ ਕਰਨ ਲੱਗਿਆ। ਉਹ ਸਭ ਕੁਝ ਦੇਖ ਕੇ ਮੇਰਾ ਦਿਮਾਗ ਹਿੱਲ ਗਿਆ ਸੀ ਤੇ ਸਮਝ ਨਹੀਂ ਆ ਰਿਹਾ ਸੀ ਕੀ ਕਰਾਂ। ਮੈਂ ਕੰਮ ਕਰਨ ਵਾਲੇ ਮੁੰਡੇ ਨੂੰ ਛੁੱਟੀ ਦਿੱਤੀ ਤੇ ਦੁਕਾਨ ਬੰਦ ਕਰਕੇ ਘਰ ਆ ਗਿਆ। ਬਾਰ-ਬਾਰ ਮੇਰੀ ਨਜ਼ਰਾਂ ਦੇ ਸਾਹਮਣੇ ਉਹਨਾਂ ਮਾਸੂਮ ਤੇ ਰੋਂਦੇ ਹੋਏ ਬੱਚਿਆਂ ਦੇ ਚਿਹਰੇ ਘੁੰਮ ਰਹੇ ਸੀ ਜੋ ਉਸ ਭਿਖਾਰਨ ਦੀ ਕੈਦ ਵਿੱਚ ਸੀ। ਪਤਾ ਨਹੀਂ ਉਹ ਉਹਨਾਂ ਦੇ ਨਾਲ ਕੀ ਕਰਨ ਵਾਲੀ ਸੀ।
ਇਹ ਸੋਚ ਕੇ ਹੀ ਮੇਰਾ ਸਰੀਰ ਪਸੀਨੋ ਪਸੀਨੇ ਹੋ ਰਿਹਾ ਸੀ। ਮੈਂ ਆਪਣੇ ਬੱਚਿਆਂ ਨਾਲ ਕੋਈ ਵੀ ਗੱਲ ਨਹੀਂ ਕੀਤੀ ਸੀ, ਨਹੀਂ ਤਾਂ ਪਹਿਲਾਂ ਮੈਂ ਆਉਂਦੇ ਹੀ ਆਪਣੇ ਬੱਚਿਆਂ ਨਾਲ ਗੱਲ ਕਰਦਾ ਸੀ ਤੇ ਉਹਨਾਂ ਨਾਲ ਕੁਝ ਦੇਰ ਖੇਡਦਾ ਸੀ। ਮੇਰੀ ਪਰੇਸ਼ਾਨੀ ਨੂੰ ਮੇਰੀ ਪਤਨੀ ਵੀ ਸਮਝ ਗਈ ਸੀ। ਮੈਨੂੰ ਚੁੱਪ ਦੇਖ ਕੇ ਮੇਰੀ ਪਤਨੀ ਨੇ ਪੁੱਛਿਆ, ਕੀ ਹੋਇਆ, ਇੰਨੇ ਪਰੇਸ਼ਾਨ ਕਿਉਂ ਹੋ? ਪਹਿਲਾਂ ਤਾਂ ਇਦਾਂ ਕਦੇ ਪਰੇਸ਼ਾਨ ਨਹੀਂ ਹੋਏ। ਪਹਿਲਾਂ ਤਾਂ ਮੈਂ ਟਾਲ ਦਿੱਤਾ ਕਿ ਕੋਈ ਗੱਲ ਨਹੀਂ, ਪਰ ਜਦੋਂ ਉਹ ਜਿੱਦ ਤੇ ਅੜ ਗਈ ਤਾਂ ਸਭ ਕੁਝ ਦੱਸ ਦਿੱਤਾ, ਸਿਵਾਏ ਇਸ ਗੱਲ ਦੇ ਕਿ ਮੈਂ ਉਸ ਨੂੰ ਰੋਜ਼ਾਨਾ ਨਵੇਂ ਕੱਪੜੇ ਦਿੰਦਾ ਸੀ। ਜੇ ਮੈਂ ਉਸ ਨੂੰ ਇਹ ਗੱਲ ਦੱਸ ਦਿੰਦਾ ਤਾਂ ਉਹ ਮੈਨੂੰ ਬੇਵਕੂਫ ਸਮਝਣ ਲੱਗ ਜਾਂਦੀ ਕਿ ਆਖਰ ਤੁਸੀਂ ਇਦਾਂ ਕਿਉਂ ਕੀਤਾ, ਫਰੀ ਵਿੱਚ ਇੰਨੇ ਸਾਰੇ ਕੱਪੜੇ ਕਿਉਂ ਦਿੱਤੇ। ਮੇਰੀ ਗੱਲ ਸੁਣ ਕੇ ਉਹ ਵੀ ਸੋਚ ਵਿੱਚ ਪੈ ਗਈ ਕਿ ਇਹ ਮਾਸੂਮ ਬੱਚਿਆਂ ਦੀ ਜ਼ਿੰਦਗੀ ਦਾ ਸਵਾਲ ਹੈ। ਅਚਾਨਕ ਉਸਨੇ ਕਿਹਾ ਕਿ ਇਸ ਸਭ ਦਾ ਹੱਲ ਸਿਰਫ ਇਹ ਹੈ ਕਿ ਪੁਲਿਸ ਨੂੰ ਸਭ ਕੁਝ ਦੱਸ ਦਿੱਤਾ ਜਾਵੇ, ਤਾਂ ਕਿ ਉਹ ਖੁਦ ਹੀ ਬੱਚਿਆਂ ਨੂੰ ਉਸ ਭਿਖਾਰਨ ਤੋਂ ਛੁਡਵਾ ਸਕਣ ਤੇ ਉਹਨਾਂ ਨੂੰ ਉਹਨਾਂ ਦੇ ਮਾਪੇ ਤੱਕ ਪਹੁੰਚਾ ਸਕਣ। ਇਸ ਤਰ੍ਹਾਂ ਤੁਹਾਡੀ ਪਰੇਸ਼ਾਨੀ ਵੀ ਖਤਮ ਹੋ ਜਾਵੇਗੀ ਤੇ ਬੱਚੇ ਵੀ ਆਪਣੇ ਮਾਪੇ ਦੇ ਕੋਲ ਪਹੁੰਚ ਜਾਣਗੇ। ਆਪਣੀ ਪਤਨੀ ਦੀ ਗੱਲ ਸੁਣ ਕੇ ਮੈਂ ਸੋਚ ਵਿੱਚ ਪੈ ਗਿਆ ਸੀ। ਕਹਿ ਤਾਂ ਉਹ ਠੀਕ ਹੀ ਰਹੀ ਸੀ। ਇੱਥੇ ਇੱਕ ਦੋ ਬੱਚਿਆਂ ਦੀ ਨਹੀਂ ਬਲਕਿ 20-25 ਬੱਚਿਆਂ ਦੀ ਗੱਲ ਸੀ ਜੋ ਉਸ ਭਿਖਾਰਨ ਦੀ ਕੈਦ ਵਿੱਚ ਸੀ ਤੇ ਆਪਣੇ ਮਾਪੇ ਤੋਂ ਦੂਰ ਤੜਫ ਰਹੇ ਸੀ। ਇੱਕ ਇਕੱਲਾ ਮੈਂ ਉਸ ਭਿਖਾਰਨ ਨਾਲ ਨਹੀਂ ਲੜ ਸਕਦਾ ਸੀ ਤੇ ਫਿਰ ਉਸ ਦੇ ਪੂਰੇ ਗਿਰੋਹ ਨੂੰ ਫੜਨਾ ਬਹੁਤ ਮੁਸ਼ਕਿਲ ਕੰਮ ਸੀ। ਪੁਲਿਸ ਹੀ ਸਾਰੇ ਮਾਮਲੇ ਨੂੰ ਚੰਗੀ ਤਰ੍ਹਾਂ ਨਾਲ ਹੈਂਡਲ ਕਰ ਸਕਦੀ ਸੀ। ਜੇ ਮੈਂ ਇਕੱਲਾ ਹੀ ਇਸ ਮਾਮਲੇ ਵਿੱਚ ਪੈਂਦਾ ਤਾਂ ਸ਼ਾਇਦ ਮੈਂ ਖੁਦ ਵੀ ਇਸ ਮਾਮਲੇ ਵਿੱਚ ਫਸ ਸਕਦਾ ਸੀ। ਆਪਣੀ ਪਤਨੀ ਦੀ ਗੱਲ ਤੇ ਸੋਚ ਵਿਚਾਰ ਕਰਕੇ ਮੈਂ ਇਸ ਨਤੀਜੇ ਤੇ ਪਹੁੰਚਿਆ ਕਿ ਇਹ ਮਾਮਲਾ ਪੁਲਿਸ ਕੋਲ ਹੀ ਜਾਣਾ ਚਾਹੀਦਾ ਹੈ। ਅਗਲੇ ਦਿਨ ਵੀ ਉਹ ਭਿਖਾਰਨ ਸੂਟ ਲੈਣ ਆਈ ਤੇ ਮੈਂ ਬਿਨਾਂ ਕੁਝ ਕਹੇ ਸੂਟ ਉਸ ਨੂੰ ਦੇ ਦਿੱਤਾ। ਫਿਰ ਕੰਮ ਵਾਲੇ ਮੁੰਡੇ ਨੂੰ ਦੁਕਾਨ ਤੇ ਬਿਠਾ ਕੇ ਮੈਂ ਪੁਲਿਸ ਸਟੇਸ਼ਨ ਵੱਲ ਰਵਾਨਾ ਹੋਇਆ। ਪੁਲਿਸ ਸਟੇਸ਼ਨ ਪਹੁੰਚ ਕੇ ਮੈਨੂੰ ਅੱਧਾ ਘੰਟਾ ਇੰਤਜ਼ਾਰ ਕਰਨਾ ਪਿਆ ਤੇ ਫਿਰ ਇੰਸਪੈਕਟਰ ਦੇ ਵਿਹਲੇ ਹੋਣ ਤੇ ਮੈਂ ਉਸ ਦੇ ਕੋਲ ਜਾ ਪਹੁੰਚਿਆ। ਇੰਸਪੈਕਟਰ ਦੇ ਪੁੱਛਣ ਤੇ ਮੈਂ ਉਸ ਨੂੰ ਸਭ ਕੁਝ ਦੱਸ ਦਿੱਤਾ, ਜਿਸ ਨੂੰ ਸੁਣ ਕੇ ਇੰਸਪੈਕਟਰ ਨੇ ਕਿਹਾ ਕਿ ਉਹ ਖੁਦ ਇਸ ਮਾਮਲੇ ਨੂੰ ਹੈਂਡਲ ਕਰੇਗਾ। ਪੁਲਿਸ ਵਾਲੇ ਨੇ ਕਿਹਾ ਕਿ ਤੂੰ ਸਾਨੂੰ ਬਸ ਉਸ ਜਗ੍ਹਾ ਦੀ ਲੋਕੇਸ਼ਨ ਦੱਸ ਦੇ ਜਾਂ ਫਿਰ ਸਾਡੇ ਨਾਲ ਚੱਲ। ਮੈਂ ਇੰਸਪੈਕਟਰ ਨੂੰ ਉਸ ਜਗ੍ਹਾ ਬਾਰੇ ਦੱਸਿਆ ਤੇ ਕਿਹਾ ਮੈਂ ਤੁਹਾਡੇ ਨਾਲ ਹੀ ਜਾਊਂਗਾ ਤਾਂ ਕਿ ਸਭ ਕੁਝ ਆਪਣੀਆਂ ਅੱਖਾਂ ਨਾਲ ਦੇਖ ਸਕਾਂ। ਮੈਂ ਇੰਸਪੈਕਟਰ ਨਾਲ ਕੁਝ ਦੇਰ ਹੋਰ ਗੱਲ ਕੀਤੀ ਤੇ ਫਿਰ ਉੱਥੋਂ ਨਿਕਲ ਆਇਆ। ਰੋਜ਼ ਦੇ ਮੁਤਾਬਿਕ ਕੰਮ ਖਤਮ ਕਰਕੇ ਸ਼ਾਮ ਨੂੰ ਇੰਸਪੈਕਟਰ ਦਾ ਫੋਨ ਆ ਗਿਆ ਕਿ ਉਹ ਇਸ ਸਮੇਂ ਉੱਥੇ ਰੇਡ ਕਰਨ ਜਾ ਰਹੇ ਹਨ ਤਾਂ ਕਿ ਜਲਦੀ ਤੋਂ ਜਲਦੀ ਬੱਚਿਆਂ ਨੂੰ ਛੁਡਵਾਇਆ ਜਾ ਸਕੇ ਤੇ ਉਹਨਾਂ ਨੂੰ ਮਾਪੇ ਤੱਕ ਪਹੁੰਚਾਇਆ ਜਾ ਸਕੇ। ਕਿਤੇ ਇਦਾਂ ਨਾ ਹੋਵੇ ਕਿ ਉਹਨਾਂ ਨੂੰ ਦੇਰ ਹੋ ਜਾਵੇ ਤਾਂ ਉਹ ਭਿਖਾਰਨ ਬੱਚਿਆਂ ਨੂੰ ਕਿਤੇ ਅੱਗੇ ਪਹੁੰਚਾ ਦੇਵੇ। ਮੈਂ ਉਸੇ ਸਮੇਂ ਪੁਲਿਸ ਥਾਣੇ ਵੱਲ ਰਵਾਨਾ ਹੋਇਆ ਤੇ ਇੰਸਪੈਕਟਰ ਨਾਲ ਜਾ ਕੇ ਮਿਲਿਆ। ਇੰਸਪੈਕਟਰ ਪੂਰੀ ਤਿਆਰੀ ਵਿੱਚ ਸੀ। 15 ਪੁਲਿਸ ਵਾਲਿਆਂ ਦੀ ਟੀਮ ਤਿਆਰ ਸੀ ਤੇ ਫਿਰ ਮੇਰੇ ਆਉਂਦੇ ਹੀ ਸਭ ਉਸ ਵੀਰਾਨ ਇਲਾਕੇ ਵੱਲ ਰਵਾਨਾ ਹੋਏ। ਰਸਤੇ ਵਿੱਚ ਉਹ ਮੈਨੂੰ ਮੇਰੇ ਬਾਰੇ ਵੀ ਪੁੱਛ ਰਿਹਾ ਸੀ ਕਿ ਮੈਂ ਕੌਣ ਹਾਂ, ਕੀ ਕਰਦਾ ਹਾਂ, ਤੇ ਮੈਂ ਵੀ ਬਿਨਾਂ ਕੁਝ ਲਗਾਏ ਉਸ ਨੂੰ ਆਪਣੇ ਬਾਰੇ ਸਭ ਕੁਝ ਦੱਸ ਦਿੱਤਾ ਤੇ ਫਿਰ ਲੁਕਾਉਣ ਵਾਲੀ ਤਾਂ ਕੋਈ ਗੱਲ ਹੀ ਨਹੀਂ ਸੀ। ਇਸੇ ਵਿਚਾਲੇ ਉਹ ਮੈਨੂੰ ਜ਼ੁਲਮ ਕਰਨ ਵਾਲੇ ਲੋਕਾਂ ਬਾਰੇ ਵੀ ਦੱਸਦਾ ਰਿਹਾ ਕਿ ਕਿਵੇਂ ਲੋਕ ਇੱਕ ਦੂਜੇ ਦੇ ਦੁਸ਼ਮਣ ਬਣ ਕੇ ਇੱਕ ਦੂਜੇ ਨੂੰ ਨੁਕਸਾਨ ਪਹੁੰਚਾ ਰਹੇ ਹਨ। ਆਪਣੇ ਫਾਇਦੇ ਲਈ ਦੂਜਿਆਂ ਨੂੰ ਮਾਰਨਾ, ਲੁੱਟਣਾ, ਉਹਨਾਂ ਨੂੰ ਨੁਕਸਾਨ ਪਹੁੰਚਾਉਣਾ ਬਹੁਤ ਆਮ ਹੋ ਗਿਆ ਹੈ। ਉਹ ਕਹਿੰਦੇ ਹਨ ਕਿ ਆਪਣਾ ਕੰਮ ਬਣਦਾ ਤੇ ਪਹਾੜ ਵਿੱਚ ਜਾਏ ਜਨਤਾ। ਮੈਂ ਪੁਲਿਸ ਇੰਸਪੈਕਟਰ ਦੀਆਂ ਗੱਲਾਂ ਨਾਲ ਸਹਿਮਤ ਸੀ। ਗੱਲਾਂ ਵਿੱਚ ਅਸੀਂ ਉਸ ਵੀਰਾਨੇ ਇਲਾਕੇ ਕੋਲ ਪਹੁੰਚ ਚੁੱਕੇ ਸੀ। ਇੰਸਪੈਕਟਰ ਨੇ ਗੱਡੀਆਂ ਨੂੰ ਕੁਝ ਦੂਰ ਹੀ ਰੁਕਵਾ ਲਿਆ ਸੀ ਤੇ ਪੁਲਿਸ ਕਰਮਚਾਰੀਆਂ ਨੂੰ ਝੌਂਪੜੀਆਂ ਨੂੰ ਚਾਰੇ ਪਾਸੇ ਤੋਂ ਘੇਰਨ ਨੂੰ ਬੋਲ ਦਿੱਤਾ। ਸਾਰੇ ਪੁਲਿਸ ਕਰਮਚਾਰੀਆਂ ਨੇ ਝੌਂਪੜੀਆਂ ਨੂੰ ਚਾਰੇ ਪਾਸੇ ਤੋਂ ਘੇਰ ਲਿਆ। ਮੈਂ ਗੱਡੀ ਦੇ ਅੰਦਰ ਹੀ ਬੈਠਾ ਸੀ ਕਿਉਂਕਿ ਪੁਲਿਸ ਇੰਸਪੈਕਟਰ ਨੇ ਮੈਨੂੰ ਬਾਹਰ ਆਉਣ ਤੋਂ ਮਨਾ ਕਰ ਦਿੱਤਾ ਸੀ, ਕਿਉਂਕਿ ਬਾਹਰ ਆਉਣ ਵਿੱਚ ਮੈਨੂੰ ਖਤਰਾ ਹੋ ਸਕਦਾ ਸੀ। ਇਦਾਂ ਨਾ ਹੋਵੇ ਕਿ ਗਿਰੋਹ ਦੇ ਲੋਕ ਹਮਲਾ ਕਰ ਦੇਣ, ਇਦਾਂ ਵਿੱਚ ਤੇਰੀ ਜਾਨ ਨੂੰ ਖਤਰਾ ਹੋ ਸਕਦਾ ਹੈ। ਮੈਂ ਵੀ ਗੱਡੀ ਦੇ ਅੰਦਰ ਬੈਠਾ ਹੀ ਇਹਨਾਂ ਲੋਕਾਂ ਦੀ ਕਾਰਵਾਈ ਦੇਖ ਰਿਹਾ ਸੀ। ਝੌਂਪੜੀਆਂ ਨੂੰ ਘੇਰ ਲਿਆ ਗਿਆ ਸੀ ਤੇ ਉਹ ਇੰਸਪੈਕਟਰ ਹੁਣ ਉਸ ਭਿਖਾਰਨ ਨੂੰ ਬਾਹਰ ਆਉਣ ਲਈ ਕਹਿ ਰਿਹਾ ਸੀ। ਇੰਸਪੈਕਟਰ ਦੀ ਆਵਾਜ਼ ਸੁਣ ਕੇ ਉਹ ਭਿਖਾਰਨ, ਉਹ ਬੁੱਢੀ ਔਰਤ ਤੇ ਉਹ ਘੱਟ ਉਮਰ ਵਾਲੀ ਕੁੜੀ ਬਾਹਰ ਆ ਗਏ ਸੀ। ਇੰਸਪੈਕਟਰ ਨੇ ਕਿਹਾ ਕਿ ਤੁਰੰਤ ਆਪਣੇ ਆਪ ਨੂੰ ਸਾਡੇ ਹਵਾਲੇ ਕਰ ਦੇਣ। ਉਹ ਤਿੰਨੋਂ ਕੁਝ ਪਰੇਸ਼ਾਨ ਜਿਹੀਆਂ ਲੱਗ ਰਹੀਆਂ ਸੀ। ਮੈਂ ਦੂਰ ਬੈਠਾ ਉਹਨਾਂ ਦੇ ਚਿਹਰੇ ਦੇ ਹਾਵ ਭਾਵ ਨੂੰ ਦੇਖ ਸਕਦਾ ਸੀ। ਭਿਖਾਰਨ ਹੱਥ ਜੋੜ ਕੇ ਇੰਸਪੈਕਟਰ ਨੂੰ ਕੁਝ ਕਹਿ ਰਹੀ ਸੀ, ਪਰ ਇੰਸਪੈਕਟਰ ਨਾ ਵਿੱਚ ਸਿਰ ਹਿਲਾ ਰਿਹਾ ਸੀ। ਥੋੜੀ ਦੇਰ ਵਿੱਚ ਝੌਂਪੜੀ ਤੋਂ ਬੱਚੇ ਵੀ ਬਾਹਰ ਆ ਗਏ ਸੀ ਤੇ ਸਭ ਕੁਝ ਦੇਖ ਰਹੇ ਸੀ ਤੇ ਰੋ ਰਹੇ ਸੀ। ਇੰਸਪੈਕਟਰ ਨੇ ਆਪਣੇ ਕਰਮਚਾਰੀਆਂ ਨੂੰ ਸਮਝਾਇਆ ਕਿ ਉਹ ਇਹਨਾਂ ਤਿੰਨਾਂ ਨੂੰ ਗ੍ਰਿਫਤਾਰ ਕਰ ਲੈਣ। ਉਹ ਤਿੰਨੇ ਰੋਂਦੀਆਂ ਹੋਈਆਂ ਹੱਥ ਜੋੜ ਰਹੀਆਂ ਸੀ, ਪਰ ਇੰਸਪੈਕਟਰ ਨਜ਼ਰਅੰਦਾਜ਼ ਕਰਦੇ ਹੋਏ
ਹੱਥਕੜੀਆਂ ਲਾ ਕੇ ਉਹਨਾਂ ਤਿੰਨਾਂ ਨੂੰ ਵੈਨ ਵਿੱਚ ਸੁੱਟ ਚੁੱਕਿਆ ਸੀ। ਕੁਝ ਦੇਰ ਬਾਅਦ ਝੌਂਪੜੀਆਂ ਦੀ ਤਲਾਸ਼ੀ ਲਈ ਗਈ, ਪਰ ਕੁਝ ਵੀ ਖਾਸ ਨਹੀਂ ਮਿਲਿਆ। ਕਿਸੇ ਪਾਸੇ ਤੋਂ ਕੋਈ ਹਮਲਾ ਵੀ ਨਹੀਂ ਹੋਇਆ ਸੀ। ਸ਼ਾਇਦ ਉਹਨਾਂ ਦੇ ਸਾਥੀ ਕਿਤੇ ਛੁਪ ਕੇ ਬੈਠੇ ਹੋਏ ਸੀ ਜਾਂ ਇੱਥੇ ਮੌਜੂਦ ਹੀ ਨਹੀਂ ਸੀ। ਸਾਰੇ ਬੱਚੇ ਰੋ ਰਹੇ ਸੀ, ਪਰ ਉਹਨਾਂ ਨੂੰ ਜਲਦੀ ਹੀ ਜੀਪਾਂ ਵਿੱਚ ਸਵਾਰ ਕਰ ਲਿਆ ਗਿਆ ਤੇ ਫਿਰ ਵਾਪਸ ਥਾਣੇ ਵੱਲ ਚੱਲ ਪਏ। ਮੈਂ ਇੰਸਪੈਕਟਰ ਨਾਲ ਗੱਲ ਕਰਕੇ ਵਿਸ਼ਵਾਸ ਲਿਆ ਕਿ ਉਹ ਬੱਚਿਆਂ ਨੂੰ ਉਹਨਾਂ ਦੇ ਘਰ ਤੱਕ ਪਹੁੰਚਾ ਦੇਣਗੇ। ਇਸ ਕੇਸ ਦੇ ਲਈ ਅਲੱਗ ਤੋਂ ਫਾਈਲ ਤਿਆਰ ਕਰ ਲਈ ਗਈ ਸੀ। ਉਹਨਾਂ ਤਿੰਨਾਂ ਭਿਖਾਰਨਾਂ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਸੀ। ਮੈਂ ਬਹੁਤ ਰਿਲੈਕਸ ਹੋ ਕੇ ਘਰ ਵਾਪਸ ਆ ਗਿਆ ਸੀ। ਮੈਂ ਇੱਕ ਬਹੁਤ ਹੀ ਚੰਗਾ ਕੰਮ ਕੀਤਾ ਸੀ। ਮੈਂ ਅੰਦਰ ਤੋਂ ਬਹੁਤ ਖੁਸ਼ ਸੀ। ਘਰ ਆਉਣ ਤੋਂ ਬਾਅਦ ਮੈਂ ਸਭ ਕੁਝ ਆਪਣੀ ਪਤਨੀ ਨੂੰ ਦੱਸਿਆ, ਜਿਸ ਨੂੰ ਸੁਣ ਕੇ ਉਹ ਵੀ ਖੁਸ਼ ਹੋ ਗਈ ਕਿ ਚਲੋ ਸਭ ਕੁਝ ਚੰਗੀ ਤਰ੍ਹਾਂ ਹੋ ਗਿਆ ਤੇ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਵੀ ਨਹੀਂ ਹੋਇਆ। ਮੈਂ ਵੀ ਸੋਚਿਆ ਕਿ ਚਲੋ ਬੇਸਹਾਰੇ ਬੱਚਿਆਂ ਨੂੰ ਉਹਨਾਂ ਦੇ ਮਾਪੇ ਮਿਲ ਜਾਣਗੇ। ਅਗਲੇ ਦਿਨ ਮੈਂ ਆਪਣੀ ਦੁਕਾਨ ਤੇ ਆ ਗਿਆ ਸੀ। ਰੋਜ਼ ਦੇ ਅਨੁਸਾਰ ਉਹ ਭਿਖਾਰਨ ਅੱਜ ਨਹੀਂ ਆਈ ਸੀ ਤੇ ਆਉਂਦੀ ਵੀ ਕਿਵੇਂ, ਉਹ ਤਾਂ ਜੇਲ੍ਹ ਵਿੱਚ ਸੀ। ਮੈਂ ਵੀ ਸਕੂਨ ਨਾਲ ਬੈਠਾ ਗਾਹਕਾਂ ਦੇ ਆਉਣ ਦਾ ਇੰਤਜ਼ਾਰ ਕਰ ਰਿਹਾ ਸੀ, ਪਰ 11 ਵੱਜ ਗਏ ਸੀ ਤੇ ਕੋਈ ਵੀ ਗਾਹਕ ਨਹੀਂ ਆਇਆ ਸੀ। ਮੈਂ ਸਾਹਮਣੇ ਵਾਲੀ ਦੁਕਾਨ ਵੱਲ ਦੇਖਣ ਲੱਗਿਆ, ਜਿੱਥੇ ਅੱਜ ਮੇਰੀ ਦੁਕਾਨ ਤੋਂ ਵੀ ਜ਼ਿਆਦਾ ਭੀੜ ਲੱਗੀ ਹੋਈ ਸੀ। ਦੁਪਹਿਰ ਤੋਂ ਸ਼ਾਮ ਹੋ ਗਈ, ਪਰ ਸਿਰਫ ਇੱਕ ਗਾਹਕ ਆਇਆ ਤੇ ਉਹ ਸਿਰਫ ਇੱਕ ਸੂਟ ਲੈ ਕੇ ਚਲਾ ਗਿਆ ਸੀ। ਮੈਂ ਕੁਝ ਪਰੇਸ਼ਾਨ ਹੋਇਆ, ਕਿਉਂਕਿ ਇੱਕ ਵਾਰ ਫਿਰ ਤੋਂ ਉਹੀ ਸੂਰਤ-ਹਾਲ ਹੋਣ ਲੱਗੀ ਸੀ ਜੋ ਉਸ ਭਿਖਾਰਨ ਦੇ ਆਉਣ ਤੋਂ ਪਹਿਲਾਂ ਹੁੰਦੀ ਸੀ। ਅਗਲੇ 2 ਦਿਨ ਇਦਾਂ ਹੀ ਨਿਕਲ ਗਏ, ਪਰ ਦੁਕਾਨ ਤੇ ਕੋਈ ਵੀ ਗਾਹਕ ਨਹੀਂ ਆਉਂਦਾ ਸੀ। ਕਮਾਈ ਬਿਲਕੁਲ ਨਾ ਦੇ ਬਰਾਬਰ ਹੋ ਗਈ ਸੀ। ਮੇਰੀ ਦੁਕਾਨ ਤੇ ਕੰਮ ਕਰਨ ਵਾਲਾ ਮੁੰਡਾ ਵੀ ਪਰੇਸ਼ਾਨ ਸੀ ਕਿ ਜੇ ਇਦਾਂ ਹੀ ਰਿਹਾ ਤਾਂ ਫਿਰ ਤਾਂ ਮੇਰੀ ਵੀ ਨੌਕਰੀ ਚਲੀ ਜਾਵੇਗੀ। ਮੈਂ ਵੀ ਪਰੇਸ਼ਾਨ ਸੀ ਕਿ ਜੇ ਇਦਾਂ ਹੀ ਰਿਹਾ ਤਾਂ ਮੈਂ ਇਸ ਮੁੰਡੇ ਨੂੰ ਕੰਮ ਤੇ ਨਹੀਂ ਰੱਖ ਪਾਉਂਗਾ। ਭਲਾ ਮੈਂ ਉਸ ਨੂੰ ਤਨਖਾਹ ਕਿੱਥੋਂ ਦੇਵਾਂਗਾ? ਮੈਂ ਸੋਚ ਵਿੱਚ ਪੈ ਗਿਆ ਸੀ। ਜਦੋਂ ਭਿਖਾਰਨ ਆਉਂਦੀ ਸੀ ਉਸ ਦਿਨ ਤਾਂ ਮੇਰੀ ਦੁਕਾਨ ਤੇ ਭੀੜ ਘੱਟ ਹੀ ਨਹੀਂ ਹੁੰਦੀ ਸੀ। ਹੁਣ ਉਹ ਨਹੀਂ ਆ ਰਹੀ ਸੀ ਤਾਂ ਮੇਰਾ ਕੰਮ ਇੱਕਦਮ ਖਤਮ ਹੋ ਗਿਆ ਸੀ। ਮੈਨੂੰ ਇਦਾਂ ਲੱਗਿਆ ਜਿਵੇਂ ਮੈਨੂੰ ਉਸ ਦੀ ਬਦਦੁਆ ਲੱਗ ਗਈ ਹੈ। ਪਰ ਉਹ ਮੈਨੂੰ ਬਦਦੁਆ ਕਿਵੇਂ ਦਿੰਦੀ? ਉਸ ਨੂੰ ਤਾਂ ਪਤਾ ਹੀ ਨਹੀਂ ਸੀ ਕਿ ਉਸ ਦਾ ਰਾਜ਼ ਮੈਂ ਜਾ ਕੇ ਪੁਲਿਸ ਨੂੰ ਦੱਸਿਆ ਹੈ। ਮੈਂ ਇੱਥੇ ਬਹੁਤ ਪਰੇਸ਼ਾਨ ਰਹਿਣ ਲੱਗਿਆ ਸੀ, ਕਿਉਂਕਿ ਦਿਨੋ ਦਿਨ ਮੇਰੀ ਦੁਕਾਨ ਤੇ ਜੋ ਲੋਕ ਆਉਂਦੇ ਸੀ ਉਹ ਵੀ ਆਉਣਾ ਬੰਦ ਹੋ ਗਏ। ਮੈਂ ਸਾਰਾ ਦਿਨ ਬੈਠਾ ਦੁਕਾਨ ਤੇ ਮੱਖੀਆਂ ਮਾਰਦਾ ਰਹਿੰਦਾ ਸੀ ਤੇ ਗਾਹਕਾਂ ਦਾ ਇੰਤਜ਼ਾਰ ਕਰਦਾ ਰਹਿੰਦਾ। ਮੈਂ ਆਪਣੀ ਪਤਨੀ ਨੂੰ ਆਪਣੀ ਪਰੇਸ਼ਾਨੀ ਦੱਸੀ ਤਾਂ ਉਹ ਵੀ ਚਿੰਤਾ ਵਿੱਚ ਪੈ ਗਈ ਸੀ, ਪਰ ਇਸ ਦਾ ਹੱਲ ਤਾਂ ਉਸਦੇ ਕੋਲ ਵੀ ਨਹੀਂ ਸੀ। ਅਸੀਂ ਗਾਹਕਾਂ ਨੂੰ ਜ਼ਬਰਦਸਤੀ ਤਾਂ ਆਪਣੀ ਦੁਕਾਨ ਤੇ ਨਹੀਂ ਲਿਆ ਸਕਦੇ ਸੀ। ਇੱਕ ਦਿਨ ਇਦਾਂ ਹੀ ਮੈਂ ਇੰਸਪੈਕਟਰ ਨੂੰ ਫੋਨ ਕਰਕੇ ਉਸ ਭਿਖਾਰਨ ਦੇ ਬਾਰੇ ਵਿੱਚ ਪੁੱਛਿਆ ਤਾਂ ਉਸਨੇ ਦੱਸਿਆ ਕਿ ਉਹ ਆਪਣਾ ਮੂੰਹ ਖੋਲ੍ਹਣ ਤੇ ਰਾਜ਼ੀ ਨਹੀਂ ਹੈ। ਉਸਦਾ ਕਹਿਣਾ ਹੈ ਕਿ ਉਸਦੇ ਸਾਰੇ ਬੱਚੇ ਉਸਦੇ ਆਪਣੇ ਹਨ। ਉਸਦੇ ਨਾਲ ਉਸਦੀ ਇੱਕ ਭੈਣ ਤੇ ਬੁੜੀ ਮਾਂ ਹੈ ਤੇ ਉਹ ਵੀ ਇਹੀ ਕਹਿੰਦੀ ਹੈ ਕਿ ਉਹ ਸਾਰੇ ਬੱਚੇ ਉਹਨਾਂ ਦੇ ਆਪਣੇ ਹਨ। ਉਹਨਾਂ ਨੇ ਕਿਤੋਂ ਤੋਂ ਵੀ ਚੋਰੀ ਨਹੀਂ ਕੀਤੇ ਹਨ, ਨਾ ਹੀ ਉਹ ਬੱਚਿਆਂ ਨੂੰ ਭੀਖ ਮੰਗਣ ਤੇ ਮਜਬੂਰ ਕਰਦੇ ਹਨ ਤੇ ਨਾ ਹੀ ਉਹ ਬੱਚਿਆਂ ਨੂੰ ਵੇਚਦੇ ਹਨ। ਉਹਨਾਂ ਦਾ ਸੰਬੰਧ ਕਿਸੇ ਵੀ ਗਿਰੋਹ ਨਾਲ ਨਹੀਂ ਹੈ। ਅਦਾਲਤ ਨੇ ਉਹਨਾਂ ਤਿੰਨਾਂ ਦੇ ਖਿਲਾਫ ਸਬੂਤ ਇਕੱਠੇ ਕਰਨ ਲਈ ਕਿਹਾ ਹੈ, ਪਰ ਉਹਨਾਂ ਦੇ ਖਿਲਾਫ ਕੋਈ ਵੀ ਸਬੂਤ ਨਹੀਂ ਮਿਲਿਆ ਅਤੇ ਨਾ ਹੀ ਉਹਨਾਂ ਦੀਆਂ ਝੌਂਪੜੀਆਂ ਤੋਂ ਕੁਝ ਇਦਾਂ ਦਾ ਮਿਲਿਆ ਹੈ ਜਿਸ ਨਾਲ ਇਹ ਸਾਬਤ ਹੋ ਸਕੇ ਕਿ ਉਹ ਇਸ ਤਰ੍ਹਾਂ ਦਾ ਕੰਮ ਕਰਦੇ ਹਨ। ਇੰਸਪੈਕਟਰ ਦੇ ਮੂੰਹ ਤੋਂ ਇਹ ਸਭ ਸੁਣ ਕੇ ਮੈਂ ਹੈਰਾਨ ਰਹਿ ਗਿਆ। ਮੈਂ ਪੁੱਛਿਆ ਕਿ ਬੱਚਿਆਂ ਦਾ ਕੀ ਹੋਇਆ? ਕੀ ਉਹਨਾਂ ਨੂੰ ਮਾਤਾ-ਪਿਤਾ ਨਹੀਂ ਮਿਲੇ? ਤਾਂ ਉਹ ਤਾਂ ਗਵਾਹੀ ਦੇ ਸਕਦੇ ਹਨ ਕਿ ਉਹ ਉਹਨਾਂ ਦੇ ਬੱਚੇ ਹਨ ਜਾਂ ਨਹੀਂ। ਇੰਸਪੈਕਟਰ ਨੇ ਕਿਹਾ ਕਿ ਇਹਨਾਂ ਬੱਚਿਆਂ ਵਿੱਚੋਂ ਵੀ ਕਿਸੇ ਦੇ ਮਾਤਾ-ਪਿਤਾ ਦਾ ਪਤਾ ਨਹੀਂ ਚੱਲ ਸਕਿਆ। ਅਖਬਾਰ ਵਿੱਚ ਵੀ ਖਬਰ ਦੇ ਦਿੱਤੀ ਗਈ ਹੈ, ਪਰ ਹੁਣ ਤੱਕ ਕੋਈ ਵੀ ਉਹਨਾਂ ਨੂੰ ਲੈਣ ਨਹੀਂ ਆਇਆ ਤੇ ਉਹ ਬੱਚੇ ਬਸ ਰੋਂਦੇ ਰਹਿੰਦੇ ਹਨ ਤੇ ਕਹਿੰਦੇ ਹਨ ਉਹਨਾਂ ਨੂੰ ਉਹਨਾਂ ਦੀ ਮਾਂ ਕੋਲ ਜਾਣਾ ਹੈ। ਮੈਂ ਹੈਰਾਨੀ ਨਾਲ ਪੁੱਛਿਆ ਕਿ ਮਾਂ ਕੌਣ ਹੈ? ਇੰਸਪੈਕਟਰ ਨੇ ਦੱਸਿਆ ਕਿ ਉਹ ਆਪਣੀ ਮਾਂ ਉਸ ਭਿਖਾਰਨ ਨੂੰ ਕਹਿੰਦੇ ਹਨ ਜਿਸ ਦੇ ਖਿਲਾਫ ਤੁਸੀਂ ਕਿਹਾ ਸੀ ਕਿ ਉਹ ਬੱਚਿਆਂ ਨੂੰ ਕੈਦ ਕਰਕੇ ਰੱਖਦੀ ਹੈ। ਉਸ ਭਿਖਾਰਨ ਨੂੰ ਆਪਣੀ ਮਾਂ ਕਹਿੰਦੇ ਹਨ। ਬੁੱਢੀ ਔਰਤ ਨੂੰ ਨਾਨੀ ਤੇ ਉਸ ਘੱਟ ਉਮਰ ਦੀ ਕੁੜੀ ਨੂੰ ਮਾਸੀ ਕਹਿੰਦੇ ਹਨ। ਇੰਸਪੈਕਟਰ ਕੁਝ ਹੋਰ ਵੀ ਬੋਲ ਰਿਹਾ ਸੀ, ਪਰ ਮੈਂ ਤਾਂ ਇੰਨੀ ਜਿਹੀ ਗੱਲ ਸੁਣ ਕੇ ਹੀ ਹੈਰਾਨ ਰਹਿ ਗਿਆ ਸੀ ਕਿ ਆਖਰ ਇਹ ਸਭ ਕੀ ਹੋ ਰਿਹਾ ਹੈ। ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ। ਮੈਂ ਫੋਨ ਬੰਦ ਕਰ ਦਿੱਤਾ। ਕੁਝ ਤਾਂ ਅਜੀਬ ਸੀ ਜੋ ਮੇਰੀਆਂ ਅੱਖਾਂ ਤੋਂ ਲੁਕਿਆ ਹੋਇਆ ਸੀ। ਹੁਣ ਤਾਂ ਮੇਰੇ ਦਿਲ ਨੇ ਵੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਮੈਂ ਕਿਤੇ ਨਾ ਕਿਤੇ ਕੁਝ ਗਲਤ ਕਰ ਦਿੱਤਾ ਹੈ। ਇਸ ਬਾਰੇ ਵਿੱਚ ਸੋਚ ਕੇ ਮੇਰਾ ਸਿਰ ਦਰਦ ਕਰਨ ਲੱਗਿਆ ਸੀ, ਪਰ ਕੋਈ ਵੀ ਸਿਰਾ ਹੱਥ ਨਹੀਂ ਆ ਰਿਹਾ ਸੀ। ਬੱਚਿਆਂ ਦੇ ਲਈ ਵੀ ਅਖਬਾਰ ਵਿੱਚ ਖਬਰ ਦੇ ਦਿੱਤੀ ਗਈ ਸੀ, ਪਰ ਕਿਸੇ ਨੇ ਵੀ ਆਪਣਾ ਬੱਚਾ ਨਹੀਂ ਕਿਹਾ ਸੀ ਤੇ ਨਾ ਹੀ ਕੋਈ ਬੱਚੇ ਨੂੰ ਲੈਣ ਆਇਆ ਸੀ। ਕੁਝ ਸੋਚ ਕੇ ਮੈਂ ਦੁਕਾਨ ਨੂੰ ਕੰਮ ਕਰਨ ਵਾਲੇ ਮੁੰਡੇ ਦੇ ਹਵਾਲੇ ਕੀਤਾ ਤੇ ਖੁਦ ਥਾਣੇ ਜਾ ਪਹੁੰਚਿਆ ਤੇ ਸਿੱਧਾ ਇੰਸਪੈਕਟਰ ਨੂੰ ਜਾ ਕੇ ਮਿਲਿਆ,
ਜੋ ਖੁਦ ਇਸ ਮਾਮਲੇ ਵਿੱਚ ਉਲਝਿਆ ਹੋਇਆ ਸੀ। ਮੈਨੂੰ ਦੇਖਦੇ ਹੀ ਉਹ ਸਿੱਧਾ ਹੋ ਕੇ ਬੈਠਿਆ ਤਾਂ ਮੈਂ ਵੀ ਉਸਦੇ ਸਾਹਮਣੇ ਜਾ ਕੇ ਬੈਠ ਗਿਆ। ਮੇਰੇ ਕੁਝ ਬੋਲਣ ਤੋਂ ਪਹਿਲਾਂ ਹੀ ਉਸਨੇ ਕਿਹਾ ਕਿ ਬੱਚਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ, ਉਹ ਸਿਰਫ ਆਪਣੀ ਮਾਂ, ਨਾਨੀ ਤੇ ਮਾਸੀ ਦੇ ਕੋਲ ਜਾਣਾ ਚਾਹੁੰਦੇ ਹਨ। ਮੈਂ ਉਹਨਾਂ ਵਿੱਚੋਂ ਜੋ ਕੁਝ ਵੱਡੇ ਬੱਚੇ ਸੀ ਉਹਨਾਂ ਨਾਲ ਪੁੱਛਤਾਛ ਕੀਤੀ ਹੈ। ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਮਾਂ ਨੇ ਕਦੇ ਉਹਨਾਂ ਨੂੰ ਮਾਰਿਆ ਵੀ ਨਹੀਂ ਹੈ। ਉਹ ਆਪਣੀ ਨਾਨੀ ਤੇ ਆਪਣੀ ਮਾਸੀ ਦੇ ਨਾਲ ਰਹਿੰਦੇ ਹਨ ਤੇ ਇੱਥੇ ਨਹੀਂ। ਉਹਨਾਂ ਬੱਚਿਆਂ ਨੇ ਦੱਸਿਆ ਕਿ ਜਦੋਂ ਤੋਂ ਉਹਨਾਂ ਨੇ ਹੋਸ਼ ਸੰਭਾਲਿਆ ਉਦੋਂ ਤੋਂ ਉਹ ਉਹਨਾਂ ਤਿੰਨਾਂ ਦੇ ਨਾਲ ਰਹਿੰਦੇ ਹਨ। ਹਾਂ, ਉਹਨਾਂ ਵੱਡੇ ਬੱਚਿਆਂ ਨੇ ਇਹ ਵੀ ਦੱਸਿਆ ਕਿ ਕਦੇ-ਕਦੇ ਮਾਂ ਕਿਸੇ ਨਵੇਂ ਬੱਚੇ ਨੂੰ ਲੈ ਆਉਂਦੀ ਹੈ ਤੇ ਫਿਰ ਉਹ ਵੀ ਸਾਡੇ ਨਾਲ ਰਹਿਣ ਲੱਗਦਾ ਹੈ ਤੇ ਫਿਰ ਕਿਤੇ ਨਹੀਂ ਜਾਂਦਾ। ਸਾਡੀ ਮਾਂ ਬਹੁਤ ਚੰਗੀ ਹੈ, ਸਾਡੇ ਲਈ ਖਾਣ ਪੀਣ, ਰਹਿਣ ਸਹਿਣ ਦਾ ਤੇ ਕੱਪੜਿਆਂ ਦੀ ਵਿਵਸਥਾ ਕਰਦੀ ਹੈ ਤੇ ਸਾਨੂੰ ਸਭ ਨੂੰ ਬਹੁਤ ਪਿਆਰ ਕਰਦੀ ਹੈ। ਕਦੇ ਕੋਈ ਬਾਹਰ ਦਾ ਆਦਮੀ ਸਾਨੂੰ ਮਿਲਣ ਨਹੀਂ ਆਉਂਦਾ। ਇੰਸਪੈਕਟਰ ਦੀ ਗੱਲ ਸੁਣ ਕੇ ਮੈਂ ਹੋਰ ਵੀ ਉਲਝ ਗਿਆ ਸੀ। ਮੈਂ ਇੰਸਪੈਕਟਰ ਨੂੰ ਪੁੱਛਿਆ, ਤਾਂ ਇਸ ਸਭ ਦਾ ਕੀ ਮਤਲਬ ਹੈ? ਇੰਸਪੈਕਟਰ ਨੇ ਕਿਹਾ ਕਿ ਮੈਨੂੰ ਤਾਂ ਇੱਦਾਂ ਲੱਗਦਾ ਹੈ ਕਿ ਤੁਸੀਂ ਜੋ ਕੁਝ ਦੱਸਿਆ ਸੀ ਉਹ ਸਿਰਫ ਗਲਤਫਹਿਮੀ ਸੀ। ਇਹਨਾਂ ਤਿੰਨਾਂ ਦੇ ਖਿਲਾਫ ਸਾਨੂੰ ਕੋਈ ਵੀ ਸਬੂਤ ਨਹੀਂ ਮਿਲਿਆ ਹੈ। ਜ਼ਰੂਰ ਤੁਹਾਨੂੰ ਕੋਈ ਗਲਤਫਹਿਮੀ ਹੋਈ ਹੋਵੇਗੀ। ਹੁਣ ਮੈਂ ਉਹਨਾਂ ਔਰਤਾਂ ਨਾਲ ਪੁੱਛਤਾਛ ਕਰਨ ਹੀ ਜਾ ਰਿਹਾ ਸੀ ਕਿ ਤੁਸੀਂ ਆ ਗਏ। ਮੈਂ ਕਿਹਾ ਕਿ ਮੈਂ ਵੀ ਚੱਲਦਾ ਹਾਂ। ਮੈਂ ਇੰਸਪੈਕਟਰ ਦੇ ਨਾਲ ਉਹਨਾਂ ਤਿੰਨਾਂ ਔਰਤਾਂ ਦੇ ਕੋਲ ਆ ਗਿਆ ਜੋ ਇੱਕ ਹੀ ਜਗ੍ਹਾ ਤੇ ਬੰਦ ਸੀ। ਉਹਨਾਂ ਤਿੰਨਾਂ ਦੀ ਹਾਲਤ ਤੇ ਮੈਨੂੰ ਬਹੁਤ ਤਰਸ ਆਇਆ। ਮਤਲਬ ਸਾਫ਼ ਸੀ ਕਿ ਲੇਡੀ ਇੰਸਪੈਕਟਰ ਨੇ ਉਹਨਾਂ ਤੋਂ ਸਭ ਕੁਝ ਉਗਲਾਉਣ ਲਈ ਉਹਨਾਂ ਤੇ ਹੱਥ ਸਾਫ਼ ਕੀਤਾ ਸੀ। ਮੈਨੂੰ ਦੇਖਦੇ ਹੀ ਉਹ ਖੂਬਸੂਰਤ ਜਿਹੀ ਭਿਖਾਰੀ ਜਲਦੀ ਨਾਲ ਮੇਰੇ ਵੱਲ ਵਧੀ ਸੀ ਤੇ ਫਿਰ ਸਲਾਖਾਂ ਨੂੰ ਫੜ ਕੇ ਕਹਿਣ ਲੱਗੀ, ਬਾਬੂ ਜੀ, ਚੰਗਾ ਹੋਇਆ ਤੁਸੀਂ ਆ ਗਏ। ਮੈਨੂੰ ਪਤਾ ਸੀ ਮੇਰਾ ਰੱਬ ਮੇਰੇ ਲਈ ਕਿਸੇ ਨਾ ਕਿਸੇ ਨੂੰ ਮੇਰਾ ਮਦਦਗਾਰ ਬਣਾ ਕੇ ਜ਼ਰੂਰ ਭੇਜੇਗਾ ਸਾਨੂੰ ਬਚਾਉਣ ਦੇ ਲਈ, ਤੇ ਦੇਖੋ ਤੁਸੀਂ ਆ ਗਏ। ਉਸ ਦੀਆਂ ਅੱਖਾਂ ਤੇ ਵਿਸ਼ਵਾਸ ਦੀ ਚੜੀ ਪੱਟੀ ਦੇਖ ਕੇ ਮੈਂ ਸ਼ਰਮਿੰਦਾ ਹੋ ਗਿਆ। ਜਿਸ ਨੂੰ ਉਹ ਆਪਣਾ ਮਦਦਗਾਰ ਸਮਝ ਰਹੀ ਸੀ ਉਹੀ ਤਾਂ ਅਸਲ ਵਿੱਚ ਉਸ ਨੂੰ ਇੱਥੇ ਪਹੁੰਚਾਉਣ ਦਾ ਜ਼ਿੰਮੇਦਾਰ ਸੀ। ਇੰਸਪੈਕਟਰ ਨੇ ਖਾਮੋਸ਼ੀ ਨਾਲ ਸਾਨੂੰ ਦੇਖਿਆ। ਮੈਂ ਪੁੱਛਿਆ ਕਿ ਤੂੰ ਇੰਨੇ ਸਾਰੇ ਬੱਚਿਆਂ ਨੂੰ ਆਪਣੇ ਕੋਲ ਕਿਉਂ ਰੱਖਦੀ ਹੈ? ਆਖਰ ਇਹ ਬੱਚੇ ਕਿਸ ਦੇ ਹਨ? ਉਸਨੇ ਕਿਹਾ ਕਿ ਇਹ ਸਾਰੇ ਬੱਚੇ ਮੇਰੇ ਹਨ। ਮੈਂ ਥੋੜਾ ਗੁੱਸੇ ਵਿੱਚ ਕਿਹਾ ਕਿ ਮੈਂ ਜਾਣਦਾ ਹਾਂ ਤੂੰ ਸ਼ਾਦੀशुदा ਨਹੀਂ ਹੈ ਤੇ ਇੰਨੇ ਬੱਚੇ ਤੇਰੇ ਨਹੀਂ ਹੋ ਸਕਦੇ। ਉਸਨੇ ਕਿਹਾ, ਸਕੇ ਨਹੀਂ ਤਾਂ ਕੀ ਹੋਇਆ, ਪਰ ਮੈਂ ਇਹਨਾਂ ਨੂੰ ਪਾਲਿਆ ਹੈ ਤੇ ਮੇਰੇ ਹੀ ਬੱਚੇ ਹਨ। ਛੋਟੀ ਉਮਰ ਵਿੱਚ ਹੀ ਮੇਰਾ ਬਾਪ ਗੁਜ਼ਰ ਗਿਆ ਸੀ। ਅਸੀਂ ਪਹਿਲਾਂ ਵੀ ਝੌਂਪੜੀਆਂ ਵਿੱਚ ਰਹਿੰਦੇ ਸੀ ਤੇ ਮੰਗ ਕੇ ਗੁਜ਼ਾਰਾ ਕਰਦੇ ਸੀ। ਮਾਂ ਬਿਮਾਰ ਹੋ ਗਈ ਤਾਂ ਮੈਂ ਇਹ ਆਪਣਾ ਧੰਦਾ ਅਪਣਾ ਲਿਆ। ਕਿਉਂਕਿ ਅਨਪੜ੍ਹ ਸੀ, ਕਿਤੇ ਕੋਈ ਇੱਜ਼ਤਦਾਰ ਨੌਕਰੀ ਨਹੀਂ ਕਰ ਸਕਦੀ ਸੀ। ਖੁਦ ਨੂੰ ਇੰਨਾ ਮਜ਼ਬੂਤ ਬਣਾ ਲਿਆ ਕਿ ਕੋਈ ਮਰਦ ਬੁਰੀ ਨਜ਼ਰ ਪਾਉਣ ਤੋਂ ਪਹਿਲਾਂ ਡਰਦਾ ਸੀ। ਮੈਂ ਗਲੀ ਗਲੀ ਭੀਖ ਮੰਗਦੀ ਤਾਂ ਕੋਈ ਬੱਚਾ ਮੈਨੂੰ ਬੇਸਹਾਰਾ ਮਿਲ ਜਾਂਦਾ ਸੀ, ਜਿਸ ਦੇ ਸਿਰ ਤੇ ਨਾ ਮਾਂ ਦਾ ਸਾਇਆ ਹੁੰਦਾ ਸੀ ਤੇ ਨਾ ਹੀ ਬਾਪ ਦਾ। ਇਹ ਸਾਰੇ ਬੱਚੇ ਸੜਕਾਂ ਦੇ ਕਿਨਾਰੇ ਸੌਂਦੇ ਤੇ ਮੰਗ ਕੇ ਖਾਂਦੇ। ਕੁਝ ਬੱਚੇ ਤਾਂ ਇੰਨੇ ਛੋਟੇ ਹੁੰਦੇ ਹਨ ਕਿ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਉਹ ਕੀ ਕਰ ਰਹੇ ਹਨ, ਤੇ ਕੁਝ ਬੱਚੇ ਤਾਂ ਮੈਨੂੰ ਇਦਾਂ ਦੇ ਮਿਲੇ ਸੀ ਜੋ ਸਿਰਫ 1 ਜਾਂ 2 ਦਿਨ ਦੇ ਸੀ। ਸ਼ਾਇਦ ਕਿਸੇ ਦੇ ਪਾਪ ਦੀ ਵਜ੍ਹਾ ਨਾਲ ਇਸ ਦੁਨੀਆ ਵਿੱਚ ਆ ਗਏ ਸੀ ਤੇ ਉਹ ਉਹਨਾਂ ਨੂੰ ਕੂੜੇ ਵਿੱਚ ਸੁੱਟ ਦਿਆ ਕਰਦੇ ਸੀ। ਮੈਂ ਉਹਨਾਂ ਬੱਚਿਆਂ ਨੂੰ ਉਠਾ ਲਿਆਉਂਦੀ ਸੀ ਤੇ ਉਹਨਾਂ ਨੂੰ ਪਾਲਦੀ ਸੀ, ਉਹਨਾਂ ਦੀ ਦੇਖਭਾਲ ਕਰਦੀ ਸੀ। ਇਦਾਂ ਕਰਦੇ ਕਰਦੇ ਮੇਰੇ ਕੋਲ 20-25 ਬੱਚੇ ਜਮ੍ਹਾਂ ਹੋ ਗਏ। ਲੋਕ ਬੱਚਿਆਂ ਨੂੰ ਖੁਦ ਤੋਂ ਦੂਰ ਕਰਦੇ ਹੋਏ ਇਹ ਵੀ ਨਹੀਂ ਸੋਚਦੇ ਕਿੰਨਾ ਵੱਡਾ ਪਾਪ ਹੈ। ਅਨਾਥ ਬੱਚਿਆਂ ਦੇ ਰਿਸ਼ਤੇਦਾਰਾਂ ਦਾ ਫਰਜ਼ ਹੁੰਦਾ ਹੈ ਕਿ ਉਹ ਉਹਨਾਂ ਅਨਾਥ ਬੱਚਿਆਂ ਦੀ ਪਰਵਰਿਸ਼ ਕਰਨ, ਪਰ ਅੱਜ ਦੇ ਸਮੇਂ ਵਿੱਚ ਇਨਸਾਨੀਅਤ ਜਿਵੇਂ ਮਰ ਗਈ ਹੈ। ਬੱਚਿਆਂ ਦੇ ਅਨਾਥ ਹੁੰਦੇ ਹੀ ਉਹਨਾਂ ਦੇ ਰਿਸ਼ਤੇਦਾਰ ਉਹਨਾਂ ਨੂੰ ਭੁੱਲ ਜਾਂਦੇ ਹਨ। ਤੁਸੀਂ ਇਹਨਾਂ ਬੱਚਿਆਂ ਨੂੰ ਖੁਦ ਪੁੱਛ ਲਓ। ਮੈਂ ਹੀ ਇਹਨਾਂ ਬੱਚਿਆਂ ਨੂੰ ਪਾਲਿਆ ਹੈ। ਮੇਰੀ ਬੁੱਢੀ ਮਾਂ ਤੇ ਮੇਰੀ ਭੈਣ ਨੇ ਪਾਲਿਆ ਹੈ। ਉਸ ਭਿਖਾਰਨ ਦੀ ਗੱਲ ਸੁਣ ਕੇ ਮੈਂ ਸ਼ਰਮਿੰਦਾ ਹੋ ਗਿਆ ਕਿ ਮੈਂ ਕਿੰਨਾ ਗਲਤ ਸਮਝਿਆ ਸੀ। ਇੰਸਪੈਕਟਰ ਨੇ ਅਦਾਲਤ ਵਿੱਚ ਜਮ੍ਹਾਂ ਕਰਾਈ ਰਿਪੋਰਟ ਵਾਪਸ ਲੈ ਲਈ ਤੇ ਉਸ ਭਿਖਾਰਨ ਦੀ ਮਾਂ, ਭੈਣ ਤੇ ਬੱਚਿਆਂ ਨੂੰ ਛੱਡ ਦਿੱਤਾ ਗਿਆ। ਪਰ ਆਪਣੇ ਤੌਰ ਤੇ ਕੁਝ ਸਮੇਂ ਤੱਕ ਉਹਨਾਂ ਤੇ ਨਜ਼ਰ ਰਖਵਾਈ ਸੀ। ਪਰ ਸਭ ਕੁਝ ਉੱਦਾਂ ਹੀ ਸੀ ਜਿਵੇਂ ਉਸ ਭਿਖਾਰ ਨੇ ਕਿਹਾ ਸੀ। ਉਦੋਂ ਮੈਂ ਤੇ ਉਸ ਇੰਸਪੈਕਟਰ ਨੇ ਕੁਝ ਲੋਕਾਂ ਨਾਲ ਮਿਲ ਕੇ ਇੱਕ ਛੋਟੀ ਜਿਹੀ ਜਗ੍ਹਾ ਤੇ ਇੱਕ ਮਕਾਨ ਉਹਨਾਂ ਦੇ ਲਈ ਬਣਵਾ ਦਿੱਤਾ ਸੀ, ਜਿਸ ਵਿੱਚ ਉਹ ਸਾਰੇ ਬੱਚਿਆਂ ਦੇ ਨਾਲ ਰਹਿਣ ਲੱਗੀ। ਉਹ ਮੈਨੂੰ ਤੇ ਇੰਸਪੈਕਟਰ ਨੂੰ ਪਤਾ ਨਹੀਂ ਕਿੰਨੀਆਂ ਦੁਆਵਾਂ ਦਿੰਦੀ। ਮੈਂ ਵੀ ਉਹਨਾਂ ਬੱਚਿਆਂ ਲਈ ਕੱਪੜੇ ਤੇ ਖਾਣ ਪੀਣ ਦਾ ਸਮਾਨ ਭੇਜਦਾ ਰਹਿੰਦਾ ਸੀ ਤੇ ਰੱਬ ਦਾ ਕਰਿਸ਼ਮਾ ਫੇਰ ਹੋਇਆ ਕਿ ਮੇਰੀ ਦੁਕਾਨ ਤੇ ਗਾਹਕਾਂ ਦੀ ਭੀੜ ਵਧਣ ਲੱਗੀ ਸੀ ਤੇ ਉਸ ਇੰਸਪੈਕਟਰ ਦੀ ਵੀ ਪ੍ਰਮੋਸ਼ਨ ਹੋ ਗਈ ਸੀ। ਮੈਨੂੰ ਹੁਣ ਸਮਝ ਆ ਗਿਆ ਸੀ ਕਿ ਇਹ ਇੱਕ ਗਰੀਬ ਨੂੰ ਦਿੱਤੇ ਹੋਏ ਪੁੰਨ ਦਾ ਫਲ ਸੀ। ਮੈਂ ਰੱਬ ਦਾ ਧੰਨਵਾਦ ਕੀਤਾ ਕਿ ਸਮਾਂ ਰਹਿੰਦੇ ਮੈਨੂੰ ਸਾਰੀ ਸੱਚਾਈ ਪਤਾ ਚੱਲ ਗਈ ਸੀ। ਦੋਸਤੋ, ਕੀ ਮੈਂ ਉਸ ਭਿਖਾਰ ਨਾਲ ਗਲਤ ਕੀਤਾ ਜਾਂ ਸਹੀ? ਆਪਣੇ ਕੀਮਤੀ ਵਿਚਾਰ ਕਮੈਂਟ ਜ਼ਰੂਰ ਕਰਨਾ।